ਭਾਰਤੀ ਕਿਸਾਨ ਯੂਨੀਅਨ ਦਾ ਸਮੁੱਚੀ ਕਿਸਾਨ ਯੂਨੀਅਨਾਂ ਦਾ ਹੈਗਾ ਧਰਨਾ 26 ਤਰੀਕ ਬੰਦ ਦੀ ਕਾਲ ਆ। ਉਸ ਧਰਨੇ ਵਾਸਤੇ ਇਹ ਸਪੈਸ਼ਲ ਲੰਗਰ ਲਾਇਆ, ਕਿਉਂਕਿ ਕਈ ਥਾਈਂ ਤਾਂ ਧਰਨੇ ਤੇ ਚਾਹ ਵੀ ਨਹੀਂ ਮਿਲਦੀ ਤੇ ਤੁਸੀਂ ਜਲੇਬੀਆਂ, ਚਾਹ, ਪ੍ਰਸ਼ਾਦਾ ਪੂਰੇ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਆ। ਦੇਖੋ ਜੀ, ਕਿਸਾਨ ਯੂਨੀਅਨ ਇੰਨਾ ਕੁਛ ਕਰੀ ਜਾਂਦੀ ਆ, ਅਸੀਂ ਵੀ ਸਾਰੇ ਕਿਸਾਨ ਹੀ ਆ ਜਿੰਨੇ ਖੜੇ ਆ, ਤੇ ਕਿਸਾਨਾਂ ਵਾਸਤੇ ਅਸੀਂ ਇੰਨਾ ਕੁਛ ਵੀ ਨਹੀਂ ਕਰ ਸਕਦੇ। ਕੋਈ ਪ੍ਰਵਾਹ ਨਹੀਂ, ਗੁਰੂ ਦਾ ਲੰਗਰ ਆ, ਮਹਾਰਾਜ ਨੇ ਦਿੱਤਾ ਤੇ ਆਪਾਂ ਇੱਥੇ ਵਰਤਣਾ। 7 ਮਹੀਨੇ ਹੋ ਗਏ ਇਸੇ ਤਰ੍ਹਾਂ ਧਰਨੇ ਲੱਗਦਿਆਂ ਨੂੰ, ਸੰਘਰਸ਼ ਚੱਲਦਿਆਂ ਨੂੰ। ਸਰਕਾਰ ਆ ਜਿਹੜੀ ਕੋਈ ਗੱਲ ਦੇੜੀ ਆ ਕਿ ਕਾਨੂੰਨ ਚੰਗੇ ਆ। ਜਿਹੜਾ ਸਰਕਾਰ ਦਾ ਨਜ਼ਰੀਆ ਹੈਗਾ ਉਹ ਇੱਕ ਤਾਨਾਸ਼ਾਹੀ ਨਜ਼ਰੀਆ ਹੈ। ਪਟਿਆਲੇ ਵਿੱਚ ਮੋਰਚਾ ਲਾਇਆ, ਇੱਕ ਬਾਦਲ ਪਿੰਡ ਮੋਰਚਾ ਲਾਇਆ, ਉਹ ਹੋਰ ਲੋਕ ਲੱਗੜੇ ਹੋਏ ਆ। ਅੱਜ ਜਿਹੜੇ ਹੈਗੇ ਲੋਕ ਜਦੋਂ ਵੀ ਪਿੰਡਾਂ ਵਿੱਚ ਜਾਈਦਾ ਇਹ ਪੂਰੇ ਜਾਣ ਚੁੱਕੇ ਆ ਵੀ ਕਿਵੇਂ ਖੇਤੀ ਕਾਨੂੰਨ ਲੋਕ ਵਿਰੋਧੀ ਆ। ਅਸੀਂ ਇਹ ਸਮਝਦੇ ਹਾਂ ਕਿ ਵੀ ਜੇ ਅਸੀਂ ਅੱਧ ਦੀ ਆਬਾਦੀ ਆ ਔਰਤਾਂ, ਜੇ ਅਸੀਂ ਇਕੱਠਾਂ ਦੇ ਵਿੱਚ ਨਹੀਂ ਆਉਂਦੀਆਂ ਤਾਂ ਇਹ ਜਿਹੜੇ ਕੋਈ ਵੀ ਸੰਘਰਸ਼ ਹੈ ਉਹ ਜਿੱਤੇ ਨਹੀਂ ਜਾ ਸਕਦੇ। ਤੁਹਾਨੂੰ ਕਿਉਂ ਖਤਰਾ ਉਹਦੇ ਤੋਂ? ਤੁਹਾਨੂੰ ਕਿਵੇਂ ਲੱਗਦਾ ਵੀ ਉਹ ਜ਼ਮੀਨਾਂ ਹੜਪੂ? ਉਹਨੂੰ ਖੇਤੀ ਕਰਨ ਦੀ ਕੀ ਲੋੜ ਹੈ? ਉਹਦਾ ਸਾਰਾ ਉੱਪਰੋਂ ਹੀ ਸਾਰਾ ਕੁਝ ਖਿੱਚਦੇ ਆ। 80 ਤੋਂ 90 ਬੀਬੀਆਂ ਅਸੀਂ ਹਰ ਇੱਕ ਧਰਨੇ ਤੇ ਜਾਂਦੀਆਂ ਏ, ਕਿਉਂਕਿ ਮੇਰੀ ਜ਼ਿੰਮੇਵਾਰੀ ਬਣੀ ਹੋਈ ਆ। ਮੈਂ ਜਿਹੜੀ ਵੀ ਬੀਬੀ ਨੂੰ ਪ੍ਰੇਰਨਾ ਕਰਦੀ ਆ, ਮੈਨੂੰ ਕੋਈ ਬੀਬੀ ਵੀ ਜਵਾਬ ਨਹੀਂ ਦਿੰਦੀ। ਤੁਸੀਂ ਜੁੜ ਚੁੱਕੇ ਹੋ ਗਲੋਬਲ ਪੰਜਾਬ ਟੀਵੀ ਦੇ ਨਾਲ ਤੇ ਮੈਂ ਹਾਂ ਚਮਕੌਰ ਸਿੰਘ ਲੋਪੋ। ਦਰਸ਼ਕੋ, ਤੁਹਾਨੂੰ ਪਤਾ ਹੈ ਕਿਸਾਨੀ ਸੰਘਰਸ਼ ਹੈ ਪੂਰੇ ਜੋਬਨ ਤੇ ਹੈ। ਸੰਯੁਕਤ ਕਿਸਾਨ ਮੋਰਚੇ ਦੀ ਅੱਜ ਦੀ ਕਾਲ ਸੀ ਕਿ ਅੱਜ ਜਿਹੜਾ ਹੈਗਾ ਪੂਰਾ ਭਾਰਤ ਬੰਦ ਕੀਤਾ ਜਾਣਾ। ਸੋ ਪੂਰਾ ਭਾਰਤ ਬੰਦ ਹੈ, ਚੱਕਾ ਜਾਮ ਕੀਤਾ ਹੋਇਆ। ਅਸੀਂ ਮੋਗਾ ਜ਼ਿਲ੍ਹਾ ਦੇ ਕਸਬਾ ਬੱਧਨੀ ਕਲਾਂ ਵਿਖੇ ਖੜੇ ਹਾਂ, ਜਿੱਥੇ ਪਹਿਲਾਂ ਤੁਹਾਨੂੰ ਦਿਖਾਇਆ ਸੀ ਕਿ ਕੌਮੀ ਸ਼ਾਹ ਮਾਰਗ 71 ਆ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਜਾਮ ਕੀਤਾ ਹੋਇਆ ਕਿਸਾਨਾਂ ਦਾ। ਸੋ ਅਸੀਂ ਹੁਣ ਜਿੱਥੇ ਖੜੇ ਆ, ਇੱਥੇ ਧਰਨਾਕਾਰੀਆਂ ਲਈ, ਕਿਸਾਨਾਂ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਜਲੇਬੀਆਂ ਦਾ। ਮੈਂ ਕੈਮਰਾਮੈਨ ਨੂੰ ਕਹੂੰ ਕਿ ਇੱਧਰ ਸ਼ਾਟ ਵੀ ਮਾਰ ਕੇ ਦਿਖਾ ਦੇ ਕਿ ਇੱਥੇ ਜਿਹੜਾ ਹੈਗਾ ਸਾਹਰੇ ਤੋਂ ਲੈ ਕੇ ਭੱਟੀਆਂ ਚੱਲ ਰਹੀਆਂ ਨੇ ਤੇ ਜਿਹੜੇ ਕਿਸਾਨ ਹੈਗੇ ਆ ਉਹਨਾਂ ਲਈ ਲਗਾਤਾਰ ਜਲੇਬੀਆਂ ਕੱਢੀਆਂ ਜਾ ਰਹੀਆਂ ਨੇ। ਪ੍ਰਸ਼ਾਦਾ, ਚਾਹ, ਜਿਹੜੇ ਗੁਰੂ ਕੇ ਲੰਗਰ ਤਿਆਰ ਕੀਤੇ ਜਾ ਰਹੇ ਨੇ ਕਿ ਜਿੰਨੀਆਂ ਵੀ ਸੰਗਤਾਂ ਆਉਣਗੀਆਂ ਉਹਨਾਂ ਨੂੰ ਜਲੇਬੀਆਂ ਛਕਾਈਆਂ ਜਾਣੀਆਂ ਚਾਹ ਦੇ ਨਾਲ। ਸੋ ਸਾਡੇ ਨਾਲ ਸ਼ਹਿਰ ਵਾਸੀ ਨੇ, ਬੱਧਨੀ ਕਲਾਂ ਵਾਸੀ ਨੇ, ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ, ਕੀ ਨਾਮ ਪ੍ਰਧਾਨ? ਚਮਕੌਰ ਸਿੰਘ ਜੀ। ਚਮਕੌਰ ਸਿੰਘ ਜੀ, ਜਿਹੜਾ ਇਹ ਲੰਗਰ ਲਾਇਆ ਗਿਆ ਜਲੇਬੀਆਂ ਦਾ, ਕਿਹਦੇ ਵੱਲੋਂ ਆ? ਇਹਦੇ ਬਾਰੇ ਪਹਿਲਾਂ ਜਾਣਕਾਰੀ ਦੇ ਦਿਓ। ਇਹ ਪਿੰਡ ਦੀ ਸਮੁੱਚੀ ਨਗਰ ਪੰਚਾਇਤ ਵੱਲੋਂ ਆ ਜੀ, ਸਮੁੱਚੀ ਸੰਗਤ ਵੱਲੋਂ ਆ, ਸਮੁੱਚੇ ਭਾਈਚਾਰਕ ਵੱਲੋਂ ਆ। ਜਿਹੜਾ ਇਹ ਲੰਗਰ ਲਾਇਆ ਆਨੰਦਪੁਰ ਸਾਹਿਬ ਹੋਲੇ ਮਹੱਲੇ ਦੀ ਖੁਸ਼ੀ ਦੇ ਵਿੱਚ ਲਾਇਆ ਗਿਆ ਤੇ ਕਿਸਾਨ ਯੂਨੀਅਨ ਦਾ ਅੱਜ ਭਾਰਤੀ ਕਿਸਾਨ ਯੂਨੀਅਨ ਦਾ ਸਮੁੱਚੀ ਕਿਸਾਨ ਯੂਨੀਅਨਾਂ ਦਾ ਹੈਗਾ ਧਰਨਾ 26 ਤਰੀਕ ਬੰਦ ਦੀ ਕਾਲ ਆ। ਉਸ ਧਰਨੇ ਵਾਸਤੇ ਇਹ ਸਪੈਸ਼ਲ ਲੰਗਰ ਲਾਇਆ ਗਿਆ। ਪ੍ਰਧਾਨ ਜੀ, ਕਿਵੇਂ ਮਨ ਦੇ ਵਿੱਚ ਆਇਆ ਵੀ ਜਲੇਬੀਆਂ ਦਾ ਲੰਗਰ ਲਾਇਆ ਜਾਵੇ? ਕਿਉਂਕਿ ਕਈ ਥਾਈਂ ਤਾਂ ਧਰਨੇ ਤੇ ਚਾਹ ਵੀ ਨਹੀਂ ਮਿਲਦੀ ਤੇ ਤੁਸੀਂ ਜਲੇਬੀਆਂ, ਚਾਹ, ਪ੍ਰਸ਼ਾਦਾ ਪੂਰੇ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਆ। ਮੈਨੂੰ ਇਹਦਾ ਜ਼ਿਲ੍ਹੇ 'ਚ ਹੋਰ ਇੱਥੇ ਕਿਤੇ ਪ੍ਰਬੰਧ ਨਹੀਂ ਹੋਣੇ ਇਹ। ਦੇਖੋ ਜੀ, ਕਿਸਾਨ ਯੂਨੀਅਨ ਇੰਨਾ ਕੁਛ ਕਰੀ ਜਾਂਦੀ ਆ, ਅਸੀਂ ਵੀ ਸਾਰੇ ਕਿਸਾਨ ਹੀ ਆ ਜਿੰਨੇ ਖੜੇ ਆ, ਤੇ ਕਿਸਾਨਾਂ ਵਾਸਤੇ ਅਸੀਂ ਇੰਨਾ ਕੁਛ ਵੀ ਨਹੀਂ ਕਰ ਸਕਦੇ ਵੀ ਉਹਨਾਂ ਨੂੰ ਚਾਹ ਧਰਨੇ ਵਿੱਚ ਸਾਰੇ ਪਿੰਡਾਂ ਦੇ ਲੋਕ ਆਏ ਵੇ ਅੱਜ, ਤੇ ਅਸੀਂ ਉਹਨਾਂ ਨੂੰ ਚਾਹ ਵੀ ਨਹੀਂ ਪਿਆ ਸਕਦੇ। ਤੇ ਗੁਰੂ ਗੋਬਿੰਦ ਸਿੰਘ ਜੀ ਦਾ, ਮਹਾਰਾਜ ਦਾ ਹੋਲਾ ਮਹੱਲਾ ਮੂਹਰੇ ਆ ਗਿਆ ਤੇ ਉਸ ਹੋਲੇ ਮਹੱਲੇ ਦੀ ਖੁਸ਼ੀ ਦੇ ਵਿੱਚ ਅਸੀਂ ਸੰਗਤ ਨੂੰ ਜਲੇਬੀਆਂ ਦਾ ਲੰਗਰ ਲਾ ਕੇ ਸਮੁੱਚੀ ਸੰਗਤ ਪਿੰਡ ਬੱਧਨੀ ਕਲਾਂ ਵੱਲੋਂ ਛਕਾ ਰਹੇ ਹਾਂ। ਚਾਹ ਵੀ ਛਕਾ ਰਹੇ ਹਾਂ, ਜਲੇਬੀਆਂ ਵੀ ਛਕਾਵਾਂਗੇ, ਪ੍ਰਸ਼ਾਦਾ ਵੀ ਚੱਲਦਾ। ਇਹ ਜੇ ਦੇਖਿਆ ਜਾਵੇ ਆਪਣੇ ਨਾਲ ਹੋਰ ਵੀ ਆਪਾਂ ਗੱਲਬਾਤ ਕਰ ਲੈਂਦੇ ਹਾਂ। ਬਾਈ ਜੀ, ਕੀ ਨਾਮ ਆਪਣਾ? ਮੇਰੇ ਨਾਲ ਸਰਬਜੀਤ, ਪਿੰਡ ਬੱਧਨੀ ਕਲਾਂ। ਤੇ ਅੱਜ ਇਕੱਠ ਹੈਗਾ ਸੀਗਾ, ਅਸੀਂ ਲੰਗਰ ਲਾਉਣਾ ਸੀਗਾ ਹੋਲੇ ਮਹੱਲੇ ਦਾ ਕੱਲ੍ਹ ਨੂੰ। ਅਸੀਂ ਅੱਜ ਦਾ ਇਕੱਠ ਦੇਖ ਕੇ ਅੱਜ ਹੀ ਅਸੀਂ ਲੰਗਰ ਲਾਤਾ ਵੀ ਸਾਰੇ ਪਾਸੇ ਦੁਨੀਆ 20 ਪਿੰਡਾਂ ਦੇ ਇੱਥੇ ਆਏ ਵੇ ਆ ਵੀ ਉੱਥੇ ਵੀ ਲੰਗਰ ਲਾਉਣਾ ਸੀ। ਅੱਜ ਹੀ ਲੰਗਰ ਲਾ ਦਿੰਦੇ ਆ। ਲਾਉਣਾ ਸੀ ਆਨੰਦਪੁਰ ਵਾਸਤੇ ਤੇ ਅੱਜ ਪੰਚਾਇਤ ਸਾਰੀ ਨਗਰ ਵੱਲੋਂ ਇੱਥੇ ਲੰਗਰ ਅੱਜ ਲਾਤਾ। 4 ਸਪੇਰੇ ਹਲਵਾਈ ਆ, ਕਿੰਨਾ ਮਰਜ਼ੀ ਆਥਣ ਤੱਕ 9 10 ਵੱਜ ਜਾਣ, ਅਸੀਂ ਜਲੇਬੀਆਂ 10 ਵਜੇ ਤੱਕ ਹੀ ਪਕਾਉਂਗੇ। ਕਿੰਨੀ ਵੀ ਲੋੜ ਹੋਈ ਚੀਜ਼ ਇੱਥੇ ਪੂਰੀ ਵਰਤੀ ਜਾਊ।
ਪ੍ਰਧਾਨ ਜੀ ਦੇਖਿਆ ਜਾਵੇ ਆਪਣੇ ਪਿੰਡ ਦਾ ਵੱਡਾ ਲੰਗਰ ਇੱਕ ਆਨੰਦਪੁਰ ਵੀ ਲਾਇਆ ਜਾਂਦਾ ਹਨਾ ਸਾਂਝੇ ਤੋਂ ਇਹ ਜੀ ਲਾਇਆ ਜਾਂਦਾ ਉਹ ਲੰਗਰ ਵਾਲੇ ਪਾਸੇ ਜਾ ਵੜੇ, ਅਸੀਂ ਕਿਹਾ ਜੀ ਕਿਸਾਨ ਜੂਨੀਅਰ ਵਾਲੇ ਪਾਸੇ ਲਾਉਣਾ ਹੈ। ਉਹ ਕਹਿੰਦੇ ਵੀ ਉੱਠਣਾ ਉਹ ਵੀ ਜ਼ਰੂਰੀ ਆ ਤੇ ਇਹ ਵੀ ਜ਼ਰੂਰੀ ਸੀ ਜੀ, ਇਹ ਵੀ ਜ਼ਰੂਰੀ ਆ ਵੀ ਅਸੀਂ ਉੱਥੇ ਲਾਉਣ ਦੇ ਬਜਾਏ ਅਸੀਂ ਲੰਗਰ ਇੱਥੇ ਲਾਤਾ ਕਿਸਾਨ ਜੂਨੀਅਰ 'ਚ ਹੀ, ਪਿੰਡ ਬੱਧਨੀ ਕਲਾਂ ਸਾਰਾ ਬਾਜ਼ਾਰ ਸਾਰੇ ਪਿੰਡ ਵੱਲੋਂ ਹਰ ਇੱਕ ਪਿੰਡ ਵੱਲੋਂ ਸਾਰੇ ਸਹੂਲਤ ਮਿਲੀ ਆ। ਕਿੰਨੇ ਕੁ ਵਜੇ ਲੱਗ ਗਏ ਸੀ ਇੱਥੇ ਹਲਵਾਈ ਕਿੰਨੇ ਕੁ ਵਜੇ? ਇੱਥੇ ਲੱਗ ਗਏ ਸੀ ਜੀ 5 ਵਜੇ ਅੱਛਾ ਜੀ। ਤੇ 8 ਦੇ 8 ਵੱਜ ਜਾਣ ਤਾਂ 10 ਵੱਜ ਜਾਣ, ਕਿੰਨਾ ਵੀ ਆਉਣ ਕੁਛ ਵੀ ਕਿੱਥੋਂ ਤੱਕ ਆਉਣ ਜਿਸ ਜਲੇਬੀ ਪੂਰੀ ਹੋਊ। ਸਰ ਜੇ ਦੇਖਿਆ ਜਾਵੇ ਅੱਜ ਇਕੱਠ ਵੀ ਬਹੁਤ ਆ ਧਰਨੇ ਤੇ, ਪਹਿਲਾਂ ਜਿਹੜੇ ਬੱਧੜੀ ਲੱਗਦੇ ਸੀ ਧਰਨੇ ਅਸੀਂ ਦੇਖਿਆ ਪਰੇ ਨਹਿਰ ਕੋਲੇ ਹੁੰਦਾ ਸੀ, ਐਰਕੀ ਤਾਂ ਟੈਂਟ ਹੋਰ ਲਾਉਣਾ ਪੈ ਗਿਆ, ਬਹੁਤ ਇਕੱਠ ਆ। ਕਿਵੇਂ ਲੱਗਦਾ ਕਿੰਨਾ ਇਕੱਠ ਹੋਊ? ਆਉਣ ਵਾਲੇ ਸਮੇਂ 'ਚ ਤਾਂ ਜੇ ਇੰਨਾ ਇਕੱਠ ਹੋ ਜਾਣਾ ਤੇ ਮੋਦੀ ਮਾਦੀ ਜਮਾ ਖਤਮ ਹੋ ਜਾਣਾ। ਤੇ ਆ ਹੁਣ ਤੁਸੀਂ ਦੇਖਿਆ ਮੇਰੇ ਹਿਸਾਬ ਨਾਲ ਬਾਹਲਾ ਨੇ 10-15 ਹਜ਼ਾਰ ਬੰਦੇ ਦਾ ਇਕੱਠ ਹੈਗਾ ਤੇ ਦੁਨੀਆ ਆਈ ਜਾਂਦੀ ਆ, ਟੈਂਟ ਉੱਥੇ ਲੱਗੀ ਜਾਂਦੇ ਆ, ਪਾਣੀ ਦਾ ਪ੍ਰਬੰਧ, ਰੋਟੀ ਦਾ ਪ੍ਰਬੰਧ, ਚਾਹ ਪਾਣੀ ਦਾ ਪ੍ਰਬੰਧ। ਬਾਕੀ ਸਾਨੂੰ ਗਊਸ਼ਾਲਾ ਵਾਲੇ ਬਾਬਾ ਦੀਪੀ ਜੀ ਉਹਨਾਂ ਦਾ ਰੋਟੀ ਪਾਣੀ ਸਾਰਾ ਸਾਨੂੰ ਇੱਥੇ ਪੂਰਾ ਭੇਜੀ ਜਾਂਦੇ ਆ, ਉਹਨਾਂ ਦਾ ਪੂਰਾ ਸਹਿਯੋਗ ਆ, ਪੂਰਾ ਫੁੱਲ ਜੀ। ਤੇ ਕੋਈ ਪਰਵਾਹ ਨਹੀਂ, ਗੁਰੂ ਦਾ ਲੰਗਰ ਆ, ਮਹਾਰਾਜ ਨੇ ਦਿੱਤਾ ਤੇ ਆਪਾਂ ਇੱਥੇ ਵਰਤਾਉਣਾ। ਤੇ ਦੇਖਿਆ ਜਾਵੇ ਉੱਥੋਂ ਜੀ ਫਿਰ ਜਿਹੜਾ ਇਹ ਸੇਵਾਦਾਰਾਂ ਲਈ ਆ ਰਿਹਾ। ਹਾਂਜੀ, ਜਿੰਨੀ ਸੰਗਤ ਆਈ ਹੈ ਬਾਹਰੋਂ ਉਹਨਾਂ ਵਾਸਤੇ ਲੰਗਰ ਤਿਆਰ ਹੋ ਰਿਹਾ ਤੇ ਸਮੁੱਚੇ ਸੇਵਾਦਾਰ ਆ ਜਿੰਨੇ ਬੱਧਨੀ ਕਲਾਂ ਦੇ ਸੰਗਤ ਆ ਉਹਨਾਂ ਵੱਲੋਂ ਇਹ ਤਿਆਰ ਕੀਤਾ ਗਿਆ। ਪ੍ਰਧਾਨ ਜੀ ਦੇਖਿਆ ਜਾਵੇ ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਜਿਹੜੇ ਨੌਜਵਾਨਾਂ ਨੂੰ ਕਿਹਾ ਜਾਂਦਾ ਸੀ ਇਹ ਤਾਂ ਨਸ਼ੇੜੀ ਹੋ ਗਏ ਜੀ, ਚਿੱਟੇ ਤੇ ਲੱਗੇ, ਪਰ ਇੱਥੇ ਤਾਂ ਨੌਜਵਾਨ ਮੈਂ ਦੇਖਿਆ ਸਾਰੇ ਤੋਂ ਸੇਵਾ ਕਰਨ ਲੱਗੇ। ਬਹੁਤ ਸੁਬਾਹ ਤੋਂ ਸੇਵਾ ਕਰਦੇ ਆ ਜੀ, ਬਹੁਤ ਉਤਸ਼ਾਹ ਦੇ ਨਾਲ ਸੇਵਾ ਕਰਦੇ ਆ। ਕੋਈ ਨਸ਼ੇੜੀਆਂ ਵਾਲੀ ਗੱਲ ਹੈ ਨਹੀਂ ਗੀ। ਕੁਝ ਸਰਕਾਰਾਂ ਦੀਆਂ ਹੈਗੀਆਂ ਪਾਲਿਸੀਆਂ ਵੀ ਜਿਹੜਾ ਬਦਨਾਮ ਕਰਤਾ ਸੀਗਾ ਪੰਜਾਬ ਨੂੰ, ਇਹ ਪਾਲਿਸੀਆਂ ਹੁੰਦੀਆਂ ਹੀ ਸਰਕਾਰਾਂ ਦੀ ਚਲਾਉਣੀਆਂ ਹੁੰਦੀਆਂ ਪਾਲਿਸੀਆਂ ਉਹਦੀਆਂ। ਹੋਰ ਵੀ ਆ ਬਾਈ ਜੀ, ਆਪਣਾ ਕੀ ਨਾਮ ਜੀ? ਮਿੱਧਰ ਸਿੰਘ ਆ ਜੀ, ਮਿੱਧਰ ਸਿੰਘ। ਮੇਜਰ ਸਿੰਘ ਅੱਜ ਬਹੁਤ ਇਕੱਠ ਆ ਬੱਧੜੀ, ਕਿਵੇਂ ਲੱਗਦਾ ਦੇਖ ਕੇ ਕਿਸਾਨਾਂ ਦੀ ਜਿੱਤ? ਬਹੁਤ ਬਹੁਤ ਜੀ, ਮਹਾਰਾਜ ਪੂਰੀ ਚੜ੍ਹਾਈ ਕਰੂਗਾ, ਪੂਰੀ ਕਿਸਾਨੇ ਜੱਤਾ ਪੂਰੀ ਰਹੂਗਾ, ਪ੍ਰਮਾਤਮਾ ਦੀ ਪੂਰੀ ਚੜ੍ਹਾਈ ਹੈ, ਮਹਾਰਾਜ ਕਿਰਪਾ ਕਰੇ ਹਰ ਪੱਖੋਂ ਜੀ। ਹਾਂਜੀ, ਅਸੀਂ ਆਪਣਾ ਲੰਗਰ ਕੱਲ੍ਹ ਨੂੰ ਲਾਉਣਾ ਸੀਗਾ, ਸਾਨੂੰ ਅੱਜ ਕਿਸਾਨ ਯੂਨੀਅਨ ਦਾ ਪਤਾ ਲੱਗਾ ਸੀਗਾ ਵੀ ਅੱਜ ਹੀ ਲੱਗੇ ਜਲੇਬੀਆਂ ਲੰਗਰ ਲਾਇਆ, ਪਰ ਪਿੰਡ ਨੇ ਸਹਿਯੋਗ ਦਿੱਤਾ, ਜਿੰਨੇ ਭਾਈਚਾਰਾ ਨਾ ਪਿੰਡ ਦੇ ਸਾਰੇ ਬੰਦਾ ਪੂਰਾ ਦਿੱਤਾ। ਹਾਂਜੀ ਹਾਂ, ਇਹ ਲਾਉਣਾ ਕੱਲ੍ਹ ਸੀਗਾ, ਫਿਰ ਅੱਜ ਲਾਤਾ। ਇਹ ਵੀ ਕਿਸਾਨਾਂ ਲਾਓ ਫਿਰ ਆਪਾਂ ਹਾਂ ਹੋਲੇ ਮਹੱਲੇ ਦਾ, ਹਾਂ ਅਸੀਂ ਲਾਉਣਾ ਹੋਲੇ ਮਹੱਲੇ ਦਾ ਸੀਗਾ, ਫਿਰ ਅੱਜ ਕਰਤਾ 26 ਤਰੀਕ ਨੂੰ ਕਰਤਾ ਮਹਾਰਾਜ। ਅੱਜ ਹੀ ਹੋਲਾ ਮਹੱਲਾ ਮਨਾ। ਹਾਂ ਜੀ, ਅਸੀਂ ਮਨਾਦਾ ਮਹਾਰਾਜ ਨੇ ਗੱਲ ਕਿ ਪਰਮਾਤਮਾ ਦਾ ਉਹਦਾ ਜਦੋਂ ਉਹਦਾ ਹਾਜ਼ਰ ਨਾਜ਼ਰ ਜਦੋਂ ਮਰਜ਼ੀ ਸਮਝ ਲਓ ਜੀ, ਉਹਦਾ ਪਰਮਾਤਮਾ ਹਾਜ਼ਰ ਨਾਜ਼ਰ ਆ। ਅਸੀਂ ਘਰ ਪਹਿਲੇ ਦਿਨ ਚਲਾਤਾ ਮਹਾਰਾਜ ਜੀ, ਸਾਰੇ ਭਾਈਚਾਰੇ ਨੇ ਚਲਾਤਾ। ਸਾਨੂੰ ਫਿਰ ਰੁਜ਼ਗਾਰਾਂ ਬਹੁਤ ਦਿੰਦਾ ਜੀ, ਹੌਸਲਾ ਸਾਨੂੰ ਬੰਦਾ ਸਾਡਾ ਰੁਜ਼ਗਾਰਾਂ ਹਲਵਾਈ ਜੀ ਬਹੁਤ ਦਿੰਦਾ। ਹਾਂ ਬਹੁਤ, ਇਹ ਬੰਦੇ ਦਾ ਬਹੁਤ ਸਹਿਯੋਗ ਆ, ਇਹਨੂੰ ਹਜੇ ਬਹੁਤ ਸਹਿਯੋਗ ਹੈ। ਇਹ ਦੱਸ ਦਈਏ ਦਰਸ਼ਕੋ, ਕੋਈ ਵੀ ਸਾਂਝਾ ਕੰਮ ਹੁੰਦਾ ਇਹ ਹਲਵਾਈ ਨੇ ਸਾਡੇ ਬੱਧਨੀ ਕਲਾ ਦੇ ਰੁਲੀਆ ਰਾਮ, ਕੋਈ ਵੀ ਸਾਂਝਾ ਕੰਮ ਹੁੰਦਾ ਉੱਥੇ ਸੇਵਾ 'ਚ ਹਾਜ਼ਰ ਹੋ ਜਾਂਦੇ ਆ। ਆਪ ਤੁਸੀਂ ਸ਼ਾਟਾਂ ਦੇ ਵਿੱਚ ਵੀ ਦੇਖੋਗੇ, ਆਪ ਖੁਰਚਣਾ ਲਈ ਬੈਠੇ ਸੀ, ਆਪ ਨਾਲ ਸੇਵਾ ਨਿਭਾਉਂਦੇ ਨੇ, ਵੱਡੀ ਸੇਵਾ। ਸੋ ਦਰਸ਼ਕੋ ਜੇ ਦੇਖਿਆ ਜਾਵੇ ਬਹੁਤ ਉਤਸ਼ਾਹ ਲੋਕਾਂ 'ਚ, ਇਕੱਠ ਬਹੁਤ ਜ਼ਿਆਦਾ ਹੋਇਆ ਵਾ। ਤੁਹਾਨੂੰ ਸਟੇਜ ਦਿਖਾਈ ਆ, ਬਹੁਤ ਜ਼ਿਆਦਾ ਇਕੱਠ ਹੈ ਤੇ ਹੁਣ ਲਗਾਤਾਰ ਜਲੇਬੀਆਂ ਪੱਕ ਰਹੀਆਂ ਨੇ। ਰਾਤ ਨੂੰ ਕਹਿੰਦੇ ਭਲੇ 10 ਵਜੇ ਤਾਈਂ ਸੰਗਤ ਬੈਠੀ ਰਵੇ, 10 ਵਜੇ ਤਾਈਂ ਲੰਗਰ ਚੱਲਣਗੇ। ਸੋ ਜੇ ਦੇਖਿਆ ਜਾਵੇ ਇੱਥੇ ਨਾਲ ਕਿਸਾਨ ਆਗੂ ਨੇ, ਭੈਣਾਂ, ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਉਹ ਕਿਵੇਂ ਦੇਖਦੇ ਨੇ ਸਰਕਾਰ ਦੀ ਕਾਰਗੁਜ਼ਾਰੀ ਨੂੰ। ਸਰ ਕੀ ਨਾਂ ਹੈ ਜੀ ਆਪਣਾ? ਮੇਰਾ ਨਾਮ ਗੁਰਮੇਲ ਸਿੰਘ ਬੌਡੇ। ਹਾਂਜੀ, ਮੈਂ ਜਿਹੜਾ ਰਿਟਾਇਰਡ ਲੈਕਚਰਰ ਤੇ ਇਸ ਤੋਂ ਬਾਅਦ ਮੇਰਾ ਜਿਹੜਾ ਹੈਗਾ ਸਿਹਤ ਵਿੱਚ ਖਾਸ ਯੋਗਦਾਨ ਹੈ। ਤੇ ਜਿਹੜੀ ਪੰਜਾਬ ਦੀ ਸਰੀਰਕ ਪੱਖੋਂ ਅਪਾਹਜਾਂ ਦੀ ਜਥੇਬੰਦੀ ਹੈ, ਉਹਦੇ ਵਿੱਚ ਵੀ ਅਸੀਂ ਏਡੀਆਂ ਰੈਲੀਆਂ ਕਰਦੇ ਰਹੇ ਹਾਂ ਅਪਾਹਜ ਲੋਕਾਂ ਦੇ ਹੱਕ ਲੈਣ ਲਈ। ਸਰ ਜੇ ਦੇਖਿਆ ਜਾਵੇ 4 ਮਹੀਨੇ ਹੋ ਗਏ ਨੇ ਉੱਥੇ, 3 ਮਹੀਨੇ ਪਹਿਲਾਂ ਇੱਥੇ ਬੈਠੇ ਰਹੇ, 7 ਮਹੀਨੇ ਹੋ ਗਏ ਇਸੇ ਤਰ੍ਹਾਂ ਧਰਨੇ ਲੱਗਦਿਆਂ ਨੂੰ, ਸੰਘਰਸ਼ ਚੱਲਦਿਆਂ ਨੂੰ। ਸਰਕਾਰ ਆ ਜਿਹੜੀ ਕੋਈ ਗੱਲ ਤੇੜੀ ਆ ਕਿ ਕਾਨੂੰਨ ਚੰਗੇ ਆ, ਕਿਵੇਂ ਦੇਖਦੇ ਹੋ ਸਰਕਾਰ ਨੂੰ? ਜਿਹੜਾ ਸਰਕਾਰ ਦਾ ਨਜ਼ਰੀਆ ਹੈਗਾ ਉਹ ਇੱਕ ਤਾਨਾਸ਼ਾਹੀ ਨਜ਼ਰੀਆ ਹੈ। ਜਿਹੜੀ ਸਾਡੀ ਮੌਜੂਦਾ ਸਰਕਾਰ ਹੈ ਉਹ ਜਾਣਦੀ ਕਿਸੇ ਵੀ ਗੱਲ ਤੇ, ਕਿਉਂਕਿ ਜਿਹੜੀਆਂ ਪਹਿਲਾਂ 9 ਮੀਟਿੰਗਾਂ ਹੋਈਆਂ ਉਹਦੇ ਵਿੱਚ ਜਿਹੜੇ ਕੱਲੀ ਮਤ ਤੇ ਜਿਹੜੀ ਸੰਘਰਸ਼ ਕਮੇਟੀ ਸੀ ਵਿਆਖਿਆ ਕੀਤੀ ਹੈ, ਪਰ ਉਹ ਕਹਿੰਦੇ ਵੀ ਸੋਧਾਂ ਕਰਵਾ ਲਓ, ਕਾਨੂੰਨ ਨਹੀਂ ਵਾਪਸ ਲੈਣਾਗਾ। ਹਾਲਾਂਕਿ ਇਹਦੇ ਪਿੱਛੇ ਕੀ ਹੈ, ਜੇ ਉਹ ਕਾਨੂੰਨ ਰੱਖਦੇ ਹੈ ਤਾਂ ਇਹਦੇ ਨਾਲ ਜਿਹੜੇ ਹੋਰ ਵਰਗਾਂ ਤੇ ਮਾਰ ਪੈਣੀ ਹੈ। ਜਿਸ ਤਰ੍ਹਾਂ ਹੁਣ ਅਪ੍ਰੈਲ ਦੇ ਮਹੀਨੇ ਜਿਹੜੀ ਹੈਗਾ ਵੀ 12 ਘੰਟੇ ਮਜ਼ਦੂਰੀ ਕੀਤੀ ਜਾ ਰਹੀ ਹੈ, ਜਾਂ ਗਰੀਬਾਂ ਦੇ ਕੋਲੋਂ 2 ਰੁਪਏ ਕਿਲੋ ਕਣਕ ਆਉਣ ਵਾਲੇ ਸਮੇਂ ਵਿੱਚ ਖੁੱਸ ਜਾਣੀ ਹੈ, ਜਾਂ ਅਬਾਨੀ ਦਾਨੀ ਦੇ ਜਿਹੜੇ ਹੱਥ ਠੋਕੇ ਹੈ,
ਜਿਹੜੇ ਬਣੇ ਹੋਏ ਆ WTO ਦੀਆਂ ਹਦਾਇਤਾਂ ਹੈ, ਉਹਦਾ ਮੁੜ ਕੇ ਜਿਹੜੇ ਇਹ ਇਕੱਲੇ ਮੋਦੀ ਹੋਣ ਦਾ ਕੁਝ ਵੀ ਨਹੀਂ, ਮੋਦੀ ਹੋਣੀ ਤੱਕ ਸ਼ਤਰੰਜ ਦੇ ਮੋਹਰੇ ਹੈ। ਇਹਦੇ ਪਿੱਛੇ ਜਿਹੜੀਆਂ ਵਿਸ਼ਵ ਵਪਾਰ ਸੰਸਥਾ ਹੈ ਉਹਨਾਂ ਦਾ ਹੱਥ ਹੈ। ਉਹਨਾਂ ਦਾ ਇਹ ਵੀ ਹੈ ਕਿ ਅਸੀਂ ਜਿਹੜਾ ਖੇਤੀ ਇੱਕ ਇਹੀ ਹੈ ਕਿ ਜਿਹੜੀ ਸਿੱਧੀ ਪੇਟ ਨਾਲ ਜੁੜੀ ਹੋਈ ਹੈ। ਜਿਵੇਂ ਫਰਜ਼ ਕੀਤਾ ਕੋਈ ਟੈਲੀਵਿਜ਼ਨ ਜਾਂ ਸਾਈਕਲ, ਉਹਦਾ ਸਾਡੇ ਪੇਟ ਨਾਲ ਕੋਈ ਸੰਬੰਧ ਨਹੀਂ ਹੈ। ਜਿਹੜੀ ਖੇਤੀ ਹੈ, ਖੇਤੀ ਕਰਕੇ ਚਾਹੇ ਉਹ ਸਬਜ਼ੀ ਹੈ, ਚਾਹੇ ਉਹ ਫਲ ਹੈ, ਚਾਹੇ ਉਹ ਕਣਕ ਹੈ, ਅਸੀਂ ਉਹ ਗ੍ਰੇਨ ਪੈਦਾ ਕਰਦੇ ਹਾਂ, ਉਹਦੇ ਉੱਤੇ ਹੀ ਗਾਂ ਇੰਡਸਟਰੀ ਨਿਰਭਰ ਹੈਗੀ ਹੈ। ਚਾਹੇ ਉਹ ਡਬਲ ਰੋਟੀ ਵਾਲੀ ਹੋਵੇ, ਬਿਸਕੁਟਾਂ ਵਾਲੀ ਹੋਵੇ, ਖੰਡ ਵਾਲੀ ਹੋਵੇ, ਕੱਪੜੇ ਵਾਲੀ ਹੋਵੇ। ਉਸੇ ਤਰ੍ਹਾਂ ਇਹ ਜਿਹੜੀਆਂ ਸੰਸਾਰ ਦੀਆਂ ਜਿਹੜੀਆਂ ਵਪਾਰਕ ਧਿਰਾਂ ਹੈ, ਉਹ ਇੱਕ ਇਸ ਮੁਲਕ ਦੇ ਖੇਤੀ ਤੇ ਕਾਬਜ ਹੋਣਾ ਚਾਹੁੰਦੀਆਂ, ਇਸ ਕਰਕੇ ਉਹ ਅੜੀਆਂ ਹੋਈਆਂ। ਪਰ ਇਹਦੇ ਵਿੱਚੋਂ ਇੱਕ ਨਵੀਂ ਚੈਨਗ ਉੱਠ ਰਹੀ ਹੈ, ਜਿਹੜੀ ਕਿ ਉਹਨਾਂ ਨੂੰ ਮੂੰਹ ਦੀ ਜਿਹੜੀ ਹੈਗੀ ਹੈ ਉਹਨਾਂ ਨੂੰ ਖਾਣੀ ਪੈਣੀ ਹੈ। ਸਾਨੂੰ ਇਹਨਾਂ ਲੋਕਾਂ ਦੀ ਤਾਕਤ ਤੇ ਇਹਨਾਂ ਲੋਕਾਂ ਦੀ ਸ਼ਕਤੀ ਤੇ ਮਾਣ ਹੈ ਕਿ ਇਹ ਜਿਹੜਾ ਹੈਗਾ ਇੱਕ ਨਵਾਂ ਇਤਿਹਾਸ ਸਿਰਜਣਗੇ। ਤੁਸੀਂ ਜੀ ਪੜ੍ਹੇ ਲਿਖੇ ਹੋ, ਸਾਰੀ ਸੂਝ ਰੱਖਦੇ ਹੋ, ਤੁਹਾਨੂੰ ਕੀ ਲੱਗਦਾ ਸਰਕਾਰ ਕਿਉਂ ਨਹੀਂ ਮੰਨ ਰਹੀ? ਇੰਨੇ ਕਿਸਾਨ ਸ਼ਹੀਦ ਹੋ ਗਏ, ਪਹਿਲਾਂ ਸਰਦੀਆਂ ਉੱਥੇ ਕੱਟੀਆਂ, ਹੁਣ ਗਰਮੀ ਆ ਗਈ ਅੱਤ ਦੀ, ਪਰ ਸਰਕਾਰ ਹੁੰਦੀ ਆ ਲੋਕਾਂ ਲਈ ਹੁੰਦੀ, ਲੋਕਾਂ ਦੁਆਰਾ ਚੁਣੀ ਹੁੰਦੀ ਆ, ਇਹ ਮੰਨ ਹੀ ਨਹੀਂ ਰਹੇ। ਕੀ ਲੱਗਦਾ ਤੁਹਾਨੂੰ ਮਗਰ ਕੀ ਹੈ ਇਹਨਾਂ ਦੇ? ਜੇ ਤੁਸੀਂ ਇਤਿਹਾਸ ਵੱਲ ਨਿਗਾਹ ਮਾਰੋ, ਕਿਉਂਕਿ ਮੈਂ ਇਤਿਹਾਸ 'ਚੋਂ ਗੱਲ ਕਰਾਂਗਾ ਕਿ ਜਿਹੜੀ ਮੁਗਲ ਹਕੂਮਤ ਸੀ ਬਾਬਰ ਤੋਂ ਸ਼ੁਰੂ ਹੋਈ ਸੀ। ਬਾਬਰ ਖਿਲਾਫ ਲੜਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ, ਦਸ਼ਮੇਸ਼ ਪਿਤਾ ਤੱਕ ਗਈ, 250 ਸਾਲ ਰਾਜ ਬਦਲਿਆ। ਫਿਰ ਅੰਗਰੇਜ਼ ਆਏ, ਅੰਗਰੇਜ਼ਾਂ ਨੇ ਜਾਣੀ ਦੀ 200 ਸਾਲ ਰਾਜ ਕੀਤਾ, 100 ਸਾਲ ਪੰਜਾਬ ਤੇ ਕੀਤਾ। ਕਿੰਨੀਆਂ ਲਹਿਰਾਂ ਉੱਠੀਆਂ। ਕੀ ਅੰਗਰੇਜ਼ ਰਾਜ ਛੱਡ ਕੇ ਗਏ? ਜਿਹੜੀ ਕਾਬਜ ਧਿਰ ਹੁੰਦੀ ਹੈ ਉਹ ਛੇਤੀ ਕੀਤੇ ਆਪਦਾ ਕਬਜ਼ਾ ਨਹੀਂ ਛੱਡਦੀ ਹੁੰਦੀ ਗੀ, ਠੀਕ ਹੈ ਨਾ। ਇਸ ਕਰਕੇ ਸੰਘਰਸ਼ ਲੰਮਾ ਹੋ ਸਕਦਾ ਹੈ, ਪਰ ਇਹਦੇ ਵਿੱਚੋਂ ਜਿਹੜਾ ਅਸੀਂ ਮੁਕਤੀ ਦੀ ਆਸ ਗਰੀਬਾਂ ਦੀ, ਮਜ਼ਲੂਮਾਂ ਦੀ, ਮਜ਼ਦੂਰਾਂ ਦੀ, ਮੁਲਾਜ਼ਮਾਂ ਦੀ, ਜਿਹੜੇ ਕਿ ਉਹਨਾਂ ਦੇ ਜਿਉਣਾ ਦੁੱਭਰ ਕਰ ਰਹੇ ਹੈ, ਉਹਦੇ ਵਿੱਚੋਂ ਉਹ ਲੋਕ ਲਾਟ ਬਣ ਕੇ ਉੱਭਰਨਗੇ ਅਤੇ ਅੰਗਰੇਜ਼ਾਂ ਵਾਂਗੂ ਇਹਨਾਂ ਸ਼ਕਤੀਆਂ ਨੂੰ ਵੀ ਬਿਸਤਰਾ ਗੋਲ ਕਰਨਾ ਪਵੇਗਾ। ਕਿਉਂਕਿ ਇਹ ਮੁਲਕ ਇਹਨਾਂ ਗਰੀਬ ਲੋਕਾਂ ਦਾ ਹੈਗਾ, ਇਹਨਾਂ ਮਿਹਨਤਕਸ਼ ਲੋਕਾਂ ਦਾ ਹੈਗਾ, ਲੁੱਟਣ ਵਾਲਾ ਦਾ ਨਹੀਂ ਹੈ। ਪਹਿਲਾਂ ਵੀ ਲੜਾਈ ਇੱਕ ਲਕੀਰ ਖਿੱਚੀ ਸੀ, ਇਹਨਾਂ ਨੇ ਜਾਤੀਆਂ ਦੀਆਂ ਲਕੀਰਾਂ ਖਿੱਚੀਆਂ, ਵਰਗਾਂ ਦੀਆਂ ਲਕੀਰਾਂ ਖਿੱਚੀਆਂ। ਦੁਨੀਆ ਸਿਰਫ 2 ਵਰਗਾਂ ਵਿੱਚ ਵੰਡੀ ਹੋਈ ਹੈ। ਜਿਵੇਂ ਪ੍ਰੋਫੈਸਰ ਮੋਹਨ ਸਿੰਘ ਨੇ ਕਿਹਾ ਸੀ ਕਿ 2 ਟੋਟਿਆਂ ਵਿੱਚ ਭੌਂ ਮੰਡੀ, ਇੱਕ ਲੋਕਾਂ ਦੀ, ਇੱਕ ਜੋਕਾਂ ਦੀ। ਉਸੇ ਤਰ੍ਹਾਂ ਜਿਹੜਾ ਉਹ ਵੰਡ ਹੈ ਉਹ ਪਛਾਣਨ ਦੀ ਅਤੇ ਉਸ ਜਿਹੜੇ ਲੁਟੇਰੇ ਵਰਗ ਨੂੰ ਜਿਹੜਾ ਹੈਗਾ ਬਈ ਹਾਸ਼ੀਏ ਤੇ ਧੱਕਣ ਦੀ ਲੋੜ ਹੈ। ਉਹਦੇ ਲਈ ਜਿੰਨੀ ਵੀ ਲੋਕ ਸ਼ਕਤੀ ਇਕੱਠੀ ਹੋਵੇ, ਜਿੰਨੇ ਵੀ ਜਿਹੜੇ ਸਾਡੇ ਜਿਹੜੇ ਇਹ ਡਿਗਰੀਆਂ ਨਹੀਂ ਹੁੰਦੀਆਂ, ਜਿਹੜਾ ਗਿਆਨ ਹੁੰਦਾ ਉਹ ਗਰੀਬ ਲੋਕਾਂ ਤੱਕ ਤਬਦੀਲੀ ਦਾ ਗਿਆਨ ਜਾਵੇ, ਉਹ ਇਹ ਗਿਆਨ ਇਹਨਾਂ ਜਥੇਬੰਦੀਆਂ ਨੇ ਦੇਣਾ ਹੈਗਾ, ਜਿਹਨੇ ਕਿ ਉਹਨਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਤੇ ਜਿਹੜਾ ਵਰਤਮਾਨ ਨੂੰ ਜਿਹੜਾ ਸੰਗਰਾਮਾਂ ਨੂੰ ਪ੍ਰਚੰਡ ਕਰਨਾ ਹੈ। ਠੀਕ ਹੈ। ਸੋ ਸਾਡੇ ਨਾਲ ਹੋਰ ਵੀ ਆਗੂ ਨੇ, ਆਪਾਂ ਗੱਲਬਾਤ ਕਰਦੇ। ਕੀ ਨਾਮ ਹੈ ਜੀ? ਕੇਵਲ ਕ੍ਰਿਸ਼ਨ ਜੀ। ਕੇਵਲ ਕ੍ਰਿਸ਼ਨ ਜੀ, ਜੇ ਦੇਖਿਆ ਜਾਵੇ ਇਕੱਠ ਬਹੁਤ ਜ਼ਿਆਦਾ ਹੋ ਰਿਹਾ, ਹੋਰ ਪ੍ਰਬੰਧ ਕਰਨੇ ਪੈ ਰਹੇ, ਟੈਂਟ ਲਾਉਣੇ ਪੈ ਰਹੇ, ਕਿਵੇਂ ਦੇਖਦੇ ਆ? ਲੋਕਾਂ ਦਾ ਹੜ ਤੁਰ ਪਿਆ, ਤੁਹਾਨੂੰ ਲੱਗਦਾ ਸਰਕਾਰਾਂ ਦੇ ਤਖਤੇ ਪਲਟੇ ਜਾਣਗੇ? ਨਹੀਂ, ਸਾਨੂੰ ਪੱਕਾ ਯਕੀਨ ਹੈ ਜੀ। ਜਿਵੇਂ ਅਸੀਂ ਤੁਰੇ ਸੀਗੇ ਪੰਜਾਬ ਚੋਂ, ਥੋੜਾ ਇਕੱਠ ਸੀ ਪਿੰਡਾਂ 'ਚ, ਅਸੀਂ ਬੈਠੇ ਹਾਂ, ਬੈਠ ਕੇ ਅਸੀਂ ਇਹ ਕਿਹਾ ਵੀ ਜੇ ਆ ਹਮਲੇ ਆ, ਵੱਡਾ ਹਮਲਾ ਸੈਂਟਰ ਨਾਲ ਮੱਥਾ ਲਾਉਣ ਜਾ ਰਹੇ ਹਾਂ। ਪਿੰਡਾਂ 'ਚ ਅਸੀਂ ਨਾਕਾਬੰਦੀਆਂ ਕੀਤੀਆਂ ਇੱਕ ਹਫ਼ਤੇ ਵਾਸਤੇ, ਉਦੋਂ ਅਸੀਂ ਲੱਖਾਂ ਲੋਕਾਂ ਤੱਕ ਗੱਲ ਲੈ ਕੇ ਗਏ। ਫਿਰ ਕਾਫਲੇ ਵਧੇ ਆ, ਪਟਿਆਲੇ ਵਿੱਚ ਮੋਰਚਾ ਲਾਇਆ, ਇੱਕ ਬਾਦਲ ਪਿੰਡ ਮੋਰਚਾ ਲਾਇਆ, ਉਹ ਹੋਰ ਲੋਕ ਤਕੜੇ ਹੋਏ ਆ। ਅੱਜ ਜਿਹੜੇ ਹੈਗੇ ਲੋਕ ਜਦੋਂ ਵੀ ਪਿੰਡਾਂ ਵਿੱਚ ਜਾਈਦਾ ਇਹ ਪੂਰੇ ਜਾਣ ਚੁੱਕੇ ਆ ਵੀ ਕਿਵੇਂ ਖੇਤੀ ਕਾਨੂੰਨ ਲੋਕ ਵਿਰੋਧੀ ਆ, ਕਿਸਾਨਾਂ ਦੀ ਨਹੀਂ, ਇੱਥੋਂ ਦੇ ਕੁੱਲ ਲਕਾਈ ਦੇ ਮਿਹਨਤਕਸ਼ ਦੇ ਇਹ ਵਿਰੋਧੀ ਕਾਨੂੰਨ ਹੈ। ਇਹ ਅੱਜ ਉਹਨਾਂ ਕੌਮਰ ਘਰਾਣਿਆਂ ਨੂੰ ਸਮੁੱਚਾ ਸਿਸਟਮ ਸੌਂਪਿਆ ਜਾ ਰਿਹਾ ਹੈ। ਇਸ ਕਰਕੇ ਲੜਾਈ ਸਾਡੀ ਉਹਨਾਂ ਸਾਮਰਾਜੀਆਂ ਨਾਲ, ਉਹਨਾਂ ਕੌਮਰ ਘਰਾਣਿਆਂ ਨਾਲ ਲੜਾਈ ਹੈ। ਸਾਨੂੰ ਇਹ ਪਤਾ ਹੈ ਇਹ ਲੰਮੀ ਚੱਲ ਸਕਦੀ ਹੈ। ਇਸ ਕਰਕੇ ਉਹ ਜਿਹੜੇ ਲੋਕ ਹੈ ਇਹ ਕਹਿ ਰਹੇ ਆ ਵੀ ਬਹੁਤ ਵਧੀਆ ਕਾਨੂੰਨ ਹੈ, ਪਰ ਲੋਕ ਇਹ ਕਹਿ ਰਹੇ ਆ ਵੀ ਕਾਨੂੰਨ ਅਸੀਂ ਪਸੰਦ ਹੀ ਨਹੀਂ ਗਏ। ਪਰ ਅੱਜ ਲੋਕ ਧੱਕੇ ਨਾਲ ਲੋਕਾਂ ਦੇ ਮੂੰਹ ਅੰਦਰ ਲੰਘਾਉਣ ਵਾਲੀ ਗੱਲ ਕਰ ਰਹੇ ਆ। ਪਰ ਅਸੀਂ ਵਿਸ਼ਵਾਸ ਹੈ ਸਾਨੂੰ ਲੋਕਾਂ 'ਤੇ ਵੀ ਜਿਵੇਂ ਅਸੀਂ ਪੰਜਾਬ 'ਚ ਉੱਠੇ ਸੀ, ਸਾਨੂੰ ਹਰਿਆਣੇ ਨੇ ਹੱਥਾਂ ਚੱਕ ਲਿਆ,
ਵੱਡੀ ਗਿਣਤੀ ਸਾਨੂੰ ਹਰਿਆਣੇ ਦੇ ਲੋਕਾਂ ਨੇ ਸਾਥ ਦਿੱਤਾ ਉੱਥੇ ਦੁੱਧ ਦੇ ਲੰਗਰ ਵਗਾ ਤੇ ਉਦੋਂ ਮਣ ਕੇ ਯੂਪੀ ਉੱਠ ਖੜੀ ਹੈ, ਮਹਾਰਾਸ਼ਟਰ ਦੇ ਸਮੁੱਚੇ ਦੇਸ਼ ਦੇ ਵਿੱਚ ਇਹ ਘੋਲ ਚੱਲ ਪਿਆ। ਇੱਦੋਂ ਤੱਕ ਵੀ ਸਮੂਰੇ ਹਿੰਦੁਸਤਾਨ ਤੋਂ ਨਹੀਂ ਪੂਰੀ ਦੁਨੀਆ ਦੇ ਵਿੱਚ ਚਰਚਾ ਹੋਈ ਹੈ ਵੀ ਮੋਦੀ ਜਿਹੜਾ ਕਾਨੂੰਨ ਧੱਕੇ ਦੇ ਨਾਲ ਉਹਨਾਂ ਕੋਵਰ ਘਰਾਣਿਆਂ ਨੂੰ ਸਾਡੀਆਂ ਜ਼ਮੀਨਾਂ ਹੜੱਪਣ ਵਾਸਤੇ ਮਜਬੂਰ ਕਰ ਰਿਹਾ। ਇਸ ਕਰਕੇ ਅਸੀਂ ਕਿਹਦਾ ਚੱਤ ਵੀ ਇਹ ਲਾਗੂ ਨਹੀਂ ਹੋਣ ਦੇਵਾਂਗੇ। ਇਸ ਕਰਕੇ ਇੱਥੇ ਵੀ ਜਿਹੜਾ ਹੈਗਾ ਲੋਕ ਲੰਮੇ ਜਿਹੜਾ ਹੈਗਾ ਜਦੋਂ ਆਪਾਂ ਪਿੰਡਾਂ 'ਚ ਅਨਾਉਂਸਮੈਂਟਾਂ ਕਰਦੇ ਹਾਂ, ਅੱਜ ਮਾਵਾਂ ਭੈਣਾਂ ਜਿਹੜੀਆਂ ਜਾਂ ਨੌਜਵਾਨ ਮੁੰਡੇ ਸਾਡੇ ਬਾਲੇ ਗਾਲੇ ਬੈਠੇ ਆ, ਜਿਹਨਾਂ ਦੀ ਤਰਸ ਰਹੇ ਸੀਗੇ ਵੀ ਸਾਡੇ ਨੌਜਵਾਨ ਸਾਡੇ ਘੋਲਾਂ ਵਿੱਚ ਆਉਣ। ਅੱਜ ਨੌਜਵਾਨ ਆਪਦੀ ਅਗਵਾਈ ਕਰ ਰਹੇ ਆ, ਚਾਹ ਦਾ ਪ੍ਰਬੰਧ ਕਰ ਰਹੇ ਆ, ਲੰਗਰ ਦਾ ਪ੍ਰਬੰਧ ਕਰ ਰਹੇ ਆ, ਛਾਂ ਦਾ ਪ੍ਰਬੰਧ ਕਰ ਰਹੇ ਆ, ਪਿੰਡਾਂ ਅਨਾਉਂਸਮੈਂਟਾਂ ਕਰਨ ਜਾ ਰਹੇ ਆ ਵੀ ਨੌਜਵਾਨ ਪੂਰੇ ਸਾਹ ਦੇ ਵਿੱਚ ਹੈ ਵੀ ਅੱਜ ਉਹ ਪਿਛਲੇ ਦਿਨ ਭਗਤ ਸਿੰਘ ਦਿਨ ਮਨਾ ਕੇ ਆਏ ਆ। ਵੱਡੀ ਗਿਣਤੀ ਵਿੱਚ 7 ਨੂੰ ਮਹਿਲਾ ਦਿਵਸ ਸੀ ਉੱਥੇ ਦਿੱਲੀ ਦੇ ਵਿੱਚ, ਵੱਡੀ ਗਿਣਤੀ ਮਹਿਲਾ ਗਈਆਂ ਸੀ। ਅੱਜ ਸਾਡੀਆਂ ਮਾਵਾਂ ਭੈਣਾਂ ਨੌਜਵਾਨ ਬਜ਼ੁਰਗ ਜਾਂ ਸਾਰੇ ਇਕੱਠੇ ਹੋ ਕੇ ਜੇ ਘੋਲ ਲੜ ਰਹੇ ਆ ਤੇ ਅਸੀਂ ਇੱਕ ਦਾਅਵਾ ਕਰਦੇ ਹਾਂ, ਵਿਸ਼ਵਾਸ ਨਾਲ ਕਹਿ ਸਕਦੇ ਹਾਂ ਵੀ ਇੱਕ ਦਿਨ ਮੋਦੀ ਹਰਾਵਾਂਗੇ, ਜਿੱਤ ਕੇ ਆਵਾਂਗੇ। ਜੀ ਜੇ ਦੇਖਿਆ ਜਾਵੇ ਕਿੰਨਾ ਕੁ ਜਿਹੜਾ ਹੈਗਾ ਲੋਕਾਂ ਦਾ ਇੱਥੋਂ ਜਿਹੜੇ ਵਪਾਰੀ ਵਰਗ ਆ ਕਹਿੰਦੇ ਵੀ ਇੱਕ ਵਰਗ ਲਈ ਜੋੜਿਆ ਜਾ ਰਿਹਾ, ਕਿੰਨਾ ਕੁ ਲੋਕਾਂ ਦਾ ਮਿਲ ਰਿਹਾ ਸਾਥ? ਨਹੀਂ, ਸਾਥ ਬਹੁਤ ਮਿਲ ਰਿਹਾ ਜੀ। ਅਸੀਂ ਪਿਛਲੇ ਦਿਨਾਂ ਦੇ ਵਿੱਚ ਇੱਥੇ ਇਕੱਠ ਕੀਤਾ ਹੈ, ਉਹਦੇ ਵਿੱਚ ਆੜ੍ਹਤੀ ਐਸੋਸੀਏਸ਼ਨ, ਦੁਕਾਨਦਾਰ, ਸ਼ੈਲਰ ਐਸੋਸੀਏਸ਼ਨ, ਇਹ ਸਾਰੇ ਜਿਹੜੇ ਹੈਗੇ ਨਾਲ ਆਏ ਆ। ਐਤਕੀ ਇਹ ਵੀ ਹੋਇਆ ਵੀ ਫੰਡ ਵੀ ਜਿਹੜਾ ਹੈਗਾ ਲੋਕਾਂ ਨੇ ਪੂਰੇ ਖੁੱਲ੍ਹ ਕੇ ਦਿੱਲੀਆਂ ਦਿੱਤਾ ਹੈਗਾ। ਵੱਡੀ ਗਿਣਤੀ ਫੰਡ ਲੋਕਾਂ ਨੇ ਦਿੱਤਾ, ਲੋਕ ਵੱਡੀ ਗਿਣਤੀ ਮਦਦ ਕਰ ਰਹੇ ਆ। ਜੋ ਵੀ ਪ੍ਰਬੰਧ ਦੀ ਲੋੜ, ਅੱਜ ਪੱਖਿਆਂ ਦੀ ਲੋੜ ਆ, ਹੋਰ ਸਮਾਨ ਦੀ ਲੋੜ ਹੈ, ਰਾਸ਼ਨ ਦੀ ਲੋੜ ਹੈ। ਅੱਜ ਲੋਕਾਂ ਨੇ ਜਿਹਨਾਂ ਪਿੰਡਾਂ ਨਵੀਆਂ ਕਾਈਆਂ ਵੀ ਬਣੀਆਂ, ਉੱਥੇ ਲੱਖਾਂ ਰੁਪਈਆ ਫੰਡ ਇਕੱਠਾ ਹੋਇਆ ਤੇ ਲੋਕ ਅੱਜ ਜਿਹੜਾ ਸੀਗਾ ਜਿਹੜੇ ਲੋਕ ਵੱਡੇ ਸਾਹ ਦੇ ਨਾਲ ਲੋਕ ਜਾ ਵੀ ਰਹੇ ਹਰ ਇੱਕ ਪਿੰਡ ਦੇ ਵਿੱਚੋਂ। ਇਹ ਨਹੀਂ ਹੈਗਾ ਸਾਡੀਆਂ ਪਹਿਲਾਂ ਲਗਭਗ 12 ਕਿ 13 ਪਿੰਡਾਂ 'ਚ ਕਾਈਆਂ ਚੱਲਦੀਆਂ ਸੀਗੀਆਂ, ਅੱਜ 33 ਪਿੰਡਾਂ ਦੇ ਵਿੱਚ ਬਲਾਕ ਨਿਹਾਲ ਸਿੰਘ 'ਚ ਕਾਈਆਂ ਖੜੀਆਂ ਹੋ ਗਈਆਂ ਪਿੰਡਾਂ ਦੇ ਵਿੱਚ। ਉਦੋਂ ਜਿਹੜੇ ਇਕੱਠ ਜਿਹੜੇ ਵੱਧ ਰਹੇ ਆ, ਇਸ ਕਰਕੇ ਅੱਜ ਅਸੀਂ ਜਿਹੜਾ ਹੈਗਾ ਉਹ ਹੋਰ ਗਿਣਤੀ ਨਾਲ ਲੋਕ ਦਿੱਲੀ ਵਿੱਚ ਵੀ ਸਾਹ ਨਾਲ ਜਾ ਰਹੇ ਆ। ਮੋਰਚਾ ਪੱਕਾ ਲੱਗਿਆ ਉੱਥੇ, ਹਰ ਲੋਕ ਜਾ ਰਹੇ ਆ ਰਹੇ ਆ। ਯਾਨੀ ਅੱਜ ਲੋਕ ਜਿਹੜੇ ਹੈਗੇ ਆ ਇਸ ਗੱਲ ਵਾਸਤੇ ਨਿਹਚਾ ਕਰਕੇ ਲਈ ਉਹਨਾਂ ਨੇ ਵੀ ਇੰਨਾ ਰੱਦ ਨਹੀਂ ਹੁੰਦੇ ਕਿ ਅਸੀਂ ਵਾਪਸ ਨਹੀਂ ਮੁੜਨਾਗਾ। ਠੀਕ ਹੈ ਜੀ, ਧੰਨਵਾਦ ਆ। ਸੋ ਆਪਾਂ ਥੋੜਾ ਜਿਹਾ ਅੱਗੇ ਨੂੰ ਤੁਰੇ ਚੱਲ ਗਏ ਕਿਉਂਕਿ ਇੱਧਰ ਟੈਂਟ ਲੱਗ ਰਿਹਾ। ਪ੍ਰਧਾਨ ਜੀ ਜੇ ਦੇਖਿਆ ਜਾਵੇ ਦਿੱਲੀ ਕਹਿੰਦੇ ਸੀ ਇਕੱਠ ਆ ਜਿਹੜਾ ਘਟਦਾ ਜਾਂਦਾ, ਲੋਕ ਵਾਪਸ ਆ ਗਏ ਨੇ। ਸੋ ਜੇ ਦੇਖਿਆ ਜਾਵੇ ਹੁਣ ਉੱਥੇ ਇੱਥੋਂ ਕਿੰਨੇ ਕੁ ਕਾਫਲੇ ਆ ਜਾਂ ਪੱਕੇ ਉੱਥੇ ਜੱਥੇ ਬੈਠੇ ਆਪਣੇ, ਕਿੰਨੇ ਕੁ ਲੋਕ ਉੱਥੇ ਬੈਠੇ ਨੇ ਜਿਹੜੇ ਇੱਥੋਂ ਦੇ ਆਪਣੇ ਬੱਧਨੀ ਕਲਾ ਦੇ ਏਰੀਏ? ਸਾਡੇ ਏਰੀਏ ਦੇ ਨਿਹਾਲ ਸਿੰਘ ਵਾਲੇ ਸਾਰੇ ਪਿੰਡਾਂ ਦੇ ਵਿੱਚ ਜੀ ਹੁਣ ਅਸੀਂ ਗਿਣਤੀ ਮੁਤਾਬਕ 15-20 ਤੋਂ ਲੈ ਕੇ ਇੱਕ ਪਿੰਡ ਦੇ ਵਿੱਚੋਂ ਉਹ ਉੱਥੇ ਵਿੱਚ ਜਾਂਦੇ ਆ। ਉੱਥੇ ਜਿਹੜੇ 10 ਦਿਨ ਲਗਭਗ 10 ਦਿਨ ਅਸੀਂ ਮੱਸ ਕੇ ਆਉਣੇ, 10 ਦਿਨ ਮੋਰਚੇ 'ਚ ਰਹਿੰਦੇ ਆ। ਉਹ ਟਿੱਕੀ ਬੜ ਸਾਡੇ ਪਕੌੜਾ ਚੌਂਕ ਦੇ ਵਿੱਚ ਸਾਡੀ ਜਿਹੜੀ ਸਟੇਜ ਲੱਗਦੀ ਹੈ, ਹਰ ਰੋਜ਼ ਨੌਜਵਾਨ ਸਟੇਜ 'ਤੇ ਜਾਂਦੇ ਆ। ਹਰ ਰੋਜ਼ ਬਲਾਕ ਦੀ ਹਾਜ਼ਰੀ ਲੱਗਦੀ ਹੈ ਵੀ ਕਿੰਨੇ ਇੱਥੇ ਆਗੂ ਹਾਜ਼ਰ ਹੈ, ਕਿੰਨੇ ਨੌਜਵਾਨ ਹਾਜ਼ਰ ਹੈ। ਹਰ ਰੋਜ਼ ਜਿੰਨੇ ਸਟੇਜ 'ਤੇ ਗਏ ਆ, ਹਰ ਰੋਜ਼ ਬਲਾਕ ਦੀ ਮੀਟਿੰਗ ਹੁੰਦੀ ਹੈ, ਹਰ ਰੋਜ਼ ਜ਼ਿਲ੍ਹੇ ਦੀ ਮੀਟਿੰਗ ਹੁੰਦੀ ਹੈ। ਯਾਨੀ ਉੱਥੇ ਪੂਰੀ ਤਿਆਰੀ ਨਾਲ ਲੋਕ ਜਾ ਰਹੇ ਆ ਤੇ ਜਿਹੜੇ ਪੂਰੇ ਉਤਸ਼ਾਹ ਨਾਲ ਰਹਿ ਰਹੇ ਇੱਥੇ ਖੁਸ਼ੀ ਨਾਲ ਜਾ ਰਹੇ ਆ। ਹਾਂਜੀ, ਪੂਰੇ ਹੌਸਲੇ ਨਾਲ ਜਾ ਰਹੇ ਆ। ਹੁਣ ਉੱਥੇ ਆਪਾਂ ਮਨਾਇਆ ਸ਼ਹੀਦ ਭਗਤ ਸਿੰਘ ਦਿਨ, ਨੌਜਵਾਨ ਗਏ ਆ, ਹੁਣ ਵੀ ਨੌਜਵਾਨ ਹੀ ਬੈਠੇ ਆ। ਹਾਂ, ਉੱਥੇ ਪੂਰੇ ਹੌਸਲੇ ਜਾ ਰਹੇ। ਹਰ ਰੋਜ਼ ਜਾਣੀ ਸਾਡੀ ਗਿਣਤੀ ਲਗਭਗ 500 ਤੋਂ 600 ਬਲਾਕ ਦੀ ਗਿਣਤੀ ਹੁੰਦੀ ਹੈ। ਪ੍ਰਧਾਨ ਜੀ ਦੇਖਿਆ ਜਾਵੇ ਜਿਹੜੇ ਹੋਰ ਆਗੂ ਆ ਜਾਂ ਲੋਕ ਆ, ਦੀਪ ਸਿੱਧੂ ਤੇ ਲੱਖੇ ਨੂੰ ਤਾਂ ਭਾਵੇਂ ਹੁਣ ਜਥੇਬੰਦੀਆਂ ਨੇ ਕਹਿਤਾ ਵੀ ਸਟੇਜ ਤੇ ਆ ਕੇ ਬੋਲ ਸਕਦਾ, ਉਹਨਾਂ ਨੂੰ ਲੈ ਕੇ ਬੜਾ ਹੋ ਗਿਆ ਸੀ 26 ਤੋਂ ਬਾਅਦ ਦੇ ਵਿੱਚ। ਇੱਥੇ ਵੀ ਆ ਪਿੰਡਾਂ 'ਚ ਵੀ ਦੀਪ ਨੂੰ ਜਾਂ ਲੱਖੇ ਨੂੰ ਉੱਥੇ ਲਿਆਂਦਾ ਜਾਵੇ ਕਿ ਪਿੰਡਾਂ 'ਚ ਹੈ ਨਹੀਂ ਗੱਲ, ਉੱਥੇ ਹੀ ਆ ਬਾਹਲੀ ਜ਼ਿਆਦਾ? ਨਹੀਂ, ਜਿਹੜੀ ਸਾਡੀ ਹੈ ਜੀ ਜਥੇਬੰਦੀ ਭਾਜਪਾ ਜ਼ਿਲ੍ਹਾ ਗਰਾਹਾਂ, ਅਸੀਂ ਉਹਨਾਂ ਤਾਲਮੇਲ ਨਾਲ ਐਕਸ਼ਨ ਕਰ ਰਹੇ ਹਾਂ ਸੰਯੁਕਤ ਮੋਰਚੇ ਨਾਲ। ਵੀ ਜੋ ਵੀ ਸਾਡਾ ਐਕਸ਼ਨ ਹੁੰਦਾ ਤਾਲਮੇਲ ਨਾਲ ਐਕਸ਼ਨ ਹੁੰਦਾ ਹੈ। ਜਾਂ ਸਿੱਧਾ ਮਾਲ ਸੰਯੁਕਤ ਮੋਰਚੇ ਤੇ ਦਿੰਦਾ ਹੈਗਾ ਉਹਨੂੰ ਲਾਗੂ ਕਰਦੇ ਆ। ਸਾਡਾ ਜਾਣੀ ਉਹਨਾਂ ਨੇ ਚੱਲਣ ਦਾ ਵੱਖਰਾ ਹੈਗਾ ਪ੍ਰੋਗਰਾਮ, ਸਟੇਜ ਸਾਡੀ ਵੱਖਰੀ ਹੈ, ਪਰ ਜੋ ਸੰਯੁਕਤ ਮੋਰਚਾ ਐਲਾਨ ਕਰਦਾ ਉਹ ਅਸੀਂ ਇਹਦੇ ਨਾਲ ਤਾਲਮੇਲ ਨਾਲ ਐਕਸ਼ਨ ਅੱਜ ਵੀ। ਹਾਂਜੀ, ਹੋਰ ਵੀ ਨੌਜਵਾਨ ਆਗੂ ਖੜੇ ਨੇ। ਕਿਹੜਾ ਪਿੰਡ ਆ ਵੀਰ ਜੀ? ਬੱਧਨੀ ਕਲਾਂ ਜੀ। ਜੇ ਦੇਖਿਆ ਜਾਵੇ ਅੱਜ ਨੌਜਵਾਨ ਵੱਡੀ ਗਿਣਤੀ 'ਚ ਆ ਰਹੇ, ਨੌਜਵਾਨ ਇਹ ਅੰਦੋਲਨ ਨੂੰ ਕਿਵੇਂ ਦੇਖਦੇ ਨੇ? ਕਹਿੰਦੇ ਲੜਾਈ ਲੜਾਂਗੇ ਤੁਰ ਤੱਕ। ਹਾਂਜੀ, ਨੌਜਵਾਨ ਪੀੜ੍ਹੀ ਸਾਰੀ ਪੜ੍ਹੀ ਲਿਖੀ ਪੀੜ੍ਹੀ ਆ ਜੀ। ਜਿਹੜੇ ਕਾਰਪੋਰੇਟ ਘਰਾਣੇ ਧੱਕਾਸ਼ਾਹੀ ਕਰ ਰਹੇ ਆ, ਨੌਜਵਾਨ ਸਾਰੇ ਸਾਥ ਦੇ ਰਹੇ। ਵੱਧ ਤੋਂ ਵੱਧ ਦਿੱਲੀ ਵਿੱਚ ਬਹੁਤ ਸਾਥ ਦਿੱਤਾ। ਸ਼ਹੀਦ ਭਗਤ ਸਿੰਘ ਦੇ ਉੱਥੇ ਗਏ, ਸਾਰੇ ਪਿੰਡਾਂ 'ਚੋਂ ਵਾਰੀ ਜਾ ਕੇ ਰਹਿ ਰਹੇ ਆ ਉੱਥੇ। ਤੇ ਇੱਧਰ ਪਿੰਡਾਂ ਵਿੱਚ ਨਿਗਾਹ ਮਾਰ ਲਓ, ਜਿੰਨਾ ਬਜ਼ੁਰਗ ਹੋਊਗਾ ਉਹਨੇ ਨੌਜਵਾਨ ਹੋਊਗਾ ਤੇ ਨੌਜਵਾਨਾਂ ਤਹਿ ਦਿਲੋਂ ਸੇਵਾ। ਜਿਹੜੀ ਲੱਖੇ ਤੇ ਦੀਪ ਵਾਲੀ ਗੱਲ ਜੀ ਚੱਲਦੀ ਸੀ, ਉਹ ਇੱਥੇ ਵੀ ਨੌਜਵਾਨਾਂ 'ਚ ਹੈਗੀ ਆ। ਲੋਕ ਕਹਿੰਦੇ ਆ ਨੌਜਵਾਨ ਵੀ ਦੀਪ ਨੂੰ ਤੇ ਦੀਪ ਦੀ ਸਪੋਰਟ ਕਰਨੀ ਚਾਹੀਦੀ, ਲੱਖੇ ਨੂੰ ਲੈ ਕੇ ਆਉਣਾ ਚਾਹੀਦਾ, ਕਿ ਇੱਥੇ ਪਿੰਡਾਂ 'ਚ ਹੈ ਨਹੀਂ ਉੱਥੇ ਹੀ ਚੱਲਦਾ? ਨਹੀਂ, ਵੇਖੋ ਜੀ, ਉਹ ਦਿੱਲੀ ਵਿਖੇ ਸੰਯੁਕਤ ਮੋਰਚੇ ਤੇ ਉਹਨਾਂ ਦੀ ਮੰਗ ਹੈਗੀ ਆ। ਇਹ ਪਿੰਡਾਂ ਵਿੱਚ ਆਪਾਂ ਗਰਾਹਾਂ 'ਚ ਆ ਜੀ, ਉਹ ਗਰਾਹਾਂ ਦੀ ਸਟੇਜ ਤੇ ਇਹਦੇ ਬਾਰੇ ਗੱਲ ਨਹੀਂ ਕੀਤੀ ਜਾ ਰਹੀ। ਠੀਕ ਹੈ, ਇੱਥੇ ਜਾਣੀ ਦੀ ਕੋਈ ਨਹੀਂ।
ਜੇ ਦੇਖਿਆ ਜਾਵੇ ਅੱਜ ਕਿੰਨਾ ਕੁ ਸਹਿਯੋਗ ਮਿਲਿਆ, ਤੁਸੀਂ ਪ੍ਰਬੰਧ ਕੀਤੇ ਆ, ਪ੍ਰਬੰਧ ਵੀ ਛੋਟੇ ਰਹਿ ਰਹੇ ਆ, ਕਿਵੇਂ ਲੱਗਦਾ ਕਿੰਨਾ ਕੁ ਲੋਕਾਂ ਨੇ ਸਹਿਯੋਗ ਦਿੱਤਾ ਅੱਜ? ਦੇਖੋ ਜੀ, ਲੋੜ ਤੋਂ ਵੱਧ ਘੱਟ ਹੋ ਰਿਹਾ, ਬਹੁਤ ਸੰਯੋਗ ਮਿਲ ਰਿਹਾ ਸਾਨੂੰ। ਦੇਖੋ ਟੈਂਟ ਲਿਆ ਸੀ, ਟੈਂਟ ਘਟ ਗਿਆ, ਟੈਂਟ ਦੁਬਾਰਾ ਫੇਰ ਲਾਉਣ ਲੱਗੇ ਆ, ਇਕੱਠ ਬਹੁਤ ਜ਼ਿਆਦਾ ਹੋ ਰਿਹਾ ਹੈ, ਲੋਕ ਚੰਗਾ ਸਹਿਯੋਗ ਦੇ ਰਹੇ ਸਾਡਾ, ਮਾਵਾਂ ਭੈਣਾਂ ਆ ਰਹੀਆਂ, ਬਜ਼ੁਰਗ ਆ ਰਹੇ ਆ, ਸਾਰੇ ਵੱਧ ਤੋਂ ਵੱਧ ਸਹਾਇਤਾ ਕਰ ਰਹੇ ਆ। ਲੰਗਰ ਦੀ ਕਮੀ ਕੋਈ ਨਹੀਂ ਗਈ, ਪਾਣੀ ਦੀ ਕਮੀ ਕੋਈ ਨਹੀਂ, ਸਾਡੇ ਪਿੰਡ ਦੇ ਮੋਹਤਵਰ ਬੰਦੇ ਸੇਵਾ ਕਰ ਰਹੇ ਆ। ਸੋ ਜੇ ਦੇਖਿਆ ਜਾਵੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਇਹ ਬੱਧਨੀ ਕਲਾ ਵਿਖੇ ਧਰਨਾ ਲੱਗਾ ਹੈ। ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ, ਕੈਮਰਾਮੈਨ ਨੂੰ ਕਹੂੰਗਾ 4 ਸਪੇਰੇ ਤਸਵੀਰਾਂ ਦਿਖਾ ਦਿੱਤੀਆਂ ਜਾਣ ਕਿ ਇੱਧਰ ਟੈਂਟ ਆ ਜਿਹੜਾ ਪਹਿਲਾਂ ਬਹੁਤ ਵੱਡਾ ਟੈਂਟ ਲਾਇਆ ਗਿਆ ਸੀ, ਪਰ ਫਿਰ ਵੀ ਟੈਂਟ ਆ ਜਿਹੜਾ ਉਹ ਘਟ ਗਿਆ। ਹੋਰ ਟੈਂਟ ਨੌਜਵਾਨ ਨਾਲ ਦੀ ਨਾਲ ਲਾਈ ਜਾਂਦੇ ਨੇ, ਜਲੇਬੀਆਂ ਦੇ ਪ੍ਰਸ਼ਾਦੇ ਦੇ ਲੰਗਰ ਚੱਲ ਰਹੇ ਨੇ, ਚਾਹ ਦੇ ਲੰਗਰ ਚੱਲ ਰਹੇ ਨੇ। ਇੰਨੇ ਵੱਡੇ ਪ੍ਰਬੰਧ ਕੀਤੇ ਹੋਏ ਆ ਕਿ ਜੇ ਦੇਖਿਆ ਜਾਵੇ ਇਹ ਲੜਾਈ ਆ ਜਿਹੜੀ ਮੋਦੀ ਦੇ ਖਿਲਾਫ ਇੱਕ ਵਿਆਹ ਦਾ ਜਿਵੇਂ ਚਾਹ ਹੁੰਦਾ ਐ ਲੜੀ ਜਾ ਰਹੀ ਆ। ਔਰ ਨੌਜਵਾਨ ਕਹਿੰਦੇ ਕਿ ਪਿੱਛੇ ਨਹੀਂ ਹਟਾਂਗੇ, ਭਾਵੇਂ 3 ਮਹੀਨੇ ਪਹਿਲਾਂ ਜਿਹੜੇ ਹੈਗੇ ਪੰਜਾਬ ਦੇ ਵਿੱਚ ਬੈਠੇ ਰਹੇ, 4 ਮਹੀਨੇ ਹੁਣ ਲਗਾਤਾਰ ਦਿੱਲੀ ਦੀਆਂ ਬਰੂਹਾਂ ਘੇਰੀ ਬੈਠੇ ਨੇ ਕਿਸਾਨ, ਲਗਾਤਾਰ ਚੱਲਦੇ ਸੀ। ਅੱਜ ਦਾ ਜਿਹੜਾ ਭਾਰਤ ਬੰਦ ਦਾ ਸੱਦਾ, ਤੁਸੀਂ ਬਾਜ਼ਾਰਾਂ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ। ਸਾਰੇ ਬਾਜ਼ਾਰ ਆ ਜਿਹੜੇ ਬੰਦ ਪਏ ਨੇ, 4 ਸਪੇਰੇ ਸੁੰਨ ਪਸਰੀ ਪਈ ਆ। ਇੱਥੋਂ ਤੱਕ ਇਕੱਲੇ ਸ਼ਹਿਰ ਨਹੀਂ, ਪਿੰਡਾਂ ਦੇ ਵਿੱਚ ਵੀ ਗਲੀਆਂ ਖਾਲੀ ਪਈਆਂ ਨੇ, ਪਿੰਡ ਖਾਲੀ ਪਏ ਆ। ਕੋਈ ਵੀ ਤੁਹਾਨੂੰ ਪਰਿੰਦਾ ਤੱਕ ਨਹੀਂ ਨਜ਼ਰ ਆਊਗਾ। ਤੁਹਾਨੂੰ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਗਲੀਆਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਲੋਕ ਆ ਉਹ ਵਿਰੋਧ ਕਰ ਰਹੇ ਆ। ਇਹ ਕੌਮੀ ਸਾ ਮਾਰਗ 71 ਆ। ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਕੌਮੀ ਸਾ ਮਾਰਗ 71 ਆ, ਜਿੱਥੇ ਆਪਾਂ ਖੜੇ ਆ। ਇਹ ਮੋਗੇ ਤੋਂ ਬਰਨਾਲਾ ਰੋਡ ਹੈ, ਜਿਹੜਾ ਰੋਡ ਜਾਮ ਕੀਤਾ ਹੋਇਆ। ਬੱਧਨੀ ਕਲਾ, ਲੋਪੋ, ਰਾਊਕੇ, ਕੁੱਸਾ, ਬੌਡੇ, ਮੀਨੀਆਂ ਨਾਲ ਲੱਗਦੇ ਜਿੰਨੇ ਪਿੰਡ ਆ, ਬੀੜ ਬੱਧਣੀ, ਦੌਧਰ, ਸਾਰੇ ਪਿੰਡਾਂ ਦੇ ਵੱਡੇ ਇਕੱਠ ਤੇ ਲੋਕ ਵੱਡੀ ਗਿਣਤੀ 'ਚ ਬੱਸਾਂ ਤੇ ਟਰੈਕਟਰ ਟਰੇਲੀਆਂ ਰਾਹੀਂ ਇੱਥੇ ਧਰਨੇ ਸਮੂਲੀਅਤ ਕਰ ਰਹੇ ਆ। ਅੱਗੇ ਵੀ ਅਪਡੇਟ ਦੇਵਾਂਗੇ ਕਿਉਂਕਿ ਮੋਗੇ ਜ਼ਿਲ੍ਹੇ 'ਚ ਡਗਰੂ, ਬੁੱਗੀਪੁਰਾ ਚੌਕ, ਜੀਤਵਾਲ, ਸਿੰਘਾਂ ਵਾਲਾ, ਰਾਜੇ ਵਾਲਾ, ਸਵਾਲਸਰ, ਨਿਹਾਲ ਸਿੰਘ ਵਾਲਾ, ਸਾਰੇ ਜਗ੍ਹਾ ਦੇ ਉੱਤੇ ਧਰਨੇ ਚੱਲ ਰਹੇ ਆ। ਇੱਥੇ ਬਹੁਤ ਵੱਡਾ ਧਰਨਾ ਲੱਗਾ ਕਿ ਪਹਿਲੀ ਵਾਰ ਆ ਜਦੋਂ ਪਹਿਲਾ ਭਾਰਤ ਬੰਦ ਹੋਇਆ, ਬੱਧਨੀ ਕਲਾ ਦੇ ਵਿੱਚ ਐਡਾ ਧਰਨਾ ਨਹੀਂ ਸੀ, ਪਰ ਅੱਜ ਬਹੁਤ ਵੱਡਾ ਰੋਡ ਜਾਮ ਕੀਤਾ ਗਿਆ। ਭੈਣਾਂ ਆਈਆਂ ਨੇ ਪਿੰਡਾਂ ਤੋਂ, ਉਹਨਾਂ ਨਾਲ ਗੱਲਬਾਤ ਕਰਦੇ। ਭੈਣੇ ਕੀ ਨਾਂ ਹੈ ਆਪਣਾ? ਮੈਂ ਕੁਲਦੀਪ ਕੌਰ ਕੁੱਸਾ, ਭਾਰਤੀ ਕਿਸਾਨ ਏਕਤਾ ਅਗਰਾਹਾਂ ਦੀ ਸੀਨੀਅਰ ਬਲਾਕ ਪ੍ਰਧਾਨ। ਜੇ ਦੇਖਿਆ ਜਾਵੇ ਪਹਿਲਾ ਸਮਾਂ ਸੀ ਜਦੋਂ ਬੀਬੀਆਂ ਘੱਟ ਆਉਂਦੀਆਂ ਸੀ, ਹੁਣ ਲੱਗਦਾ ਨਹੀਂ ਵੀ ਜਦੋਂ ਦਾ ਆਹ ਅੰਦੋਲਨ ਚੱਲਿਆ ਬੀਬੀਆਂ ਵੀ ਬਹੁਤ ਸਮੂਲੀਅਤ ਕਰਨ ਲੱਗ ਗਏ। ਸਾਡੀ ਭਾਰਤੀ ਕਿਸਾਨ ਏਕਤਾ ਅਗਰਾਹਾਂ ਜਥੇਬੰਦੀ ਵੈਸੇ ਤਾਂ ਲੰਬੇ ਸਮੇਂ ਤੋਂ ਔਰਤਾਂ ਦਾ ਪੱਖ ਬਰਾਬਰ ਲਿਆਉਣ ਵਾਸਤੇ ਲਗਾਤਾਰ ਜ਼ੋਰ ਲਾ ਰਹੀ ਹੈ। ਸਾਡੇ ਇਕੱਠਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਔਰਤਾਂ ਆਉਂਦੀਆਂ ਰਹੀਆਂ। ਪਹਿਲਾਂ ਵੀ ਭਾਵੇਂ ਬਠਿੰਡੇ ਦੇ ਵਿੱਚ ਚਿੱਟੀ ਮੱਖੀ ਦਾ ਨਰਮੇ ਦਾ ਘੋਲ ਹੋਵੇ, ਜ਼ਮੀਨ ਦੀ ਕੁਰਕੀ ਰਕਵਾਉਣ ਦੀ ਗੱਲ ਹੋਵੇ, 2000 ਦੇ ਵਿੱਚ ਝੋਨਾ ਵਕਾਉਣ ਦੀ ਗੱਲ ਹੋਵੇ, ਪਰ ਹੁਣ ਜਿੰਨਾ ਕਿਉਂਕਿ ਜਿਹੋ ਜਿਹਾ ਇਹ ਸੰਘਰਸ਼ ਹੈਗਾ, ਜਿੱਡੀ ਵੱਡੀ ਪੱਧਰ ਤੇ ਜਿਹੜੇ ਮਰਦ ਸ਼ਾਮਲ ਹੋ ਰਹੇ ਆ, ਕੁੱਲ ਤਬਕਾ ਉਸੇ ਹਿਸਾਬ ਨਾਲ ਸਾਡੀਆਂ ਜਿਹੜੀਆਂ ਔਰਤਾਂ ਉਹ ਲਗਭਗ ਅੱਧ ਦੇ ਬਰਾਬਰ ਇਕੱਠਾਂ ਦੇ ਵਿੱਚ ਆ ਰਹੀਆਂ। ਤੇ ਅਸੀਂ ਇਹ ਸਮਝਦੇ ਹਾਂ ਕਿ ਵੀ ਜੇ ਅਸੀਂ ਅੱਧ ਦੀ ਆਬਾਦੀ ਆ ਔਰਤਾਂ, ਜੇ ਅਸੀਂ ਇਕੱਠਾਂ ਦੇ ਵਿੱਚ ਨਹੀਂ ਆਉਂਦੀਆਂ ਤਾਂ ਇਹ ਜਿਹੜੇ ਕੋਈ ਵੀ ਸੰਘਰਸ਼ ਹੈ ਉਹ ਜਿੱਤੇ ਨਹੀਂ ਜਾ ਸਕਦੇ। ਤੇ ਇਹਦਾ ਇਤਿਹਾਸ ਗਵਾਇਆ, ਇਤਿਹਾਸ ਦੇ ਵਿੱਚ ਵੀ ਜਿਹੜੇ ਸਾਡੀਆਂ ਬੀਬੀਆਂ ਉਹਨਾਂ ਦਾ ਵੱਡਾ ਰੋਲ ਹੈ ਸੰਘਰਸ਼ਾਂ ਦੇ ਵਿੱਚ, ਲੜਾਈਆਂ ਦੇ ਵਿੱਚ, ਭਾਵੇਂ ਸਿੱਖ ਇਤਿਹਾਸ ਦੀ ਗੱਲ ਹੋਵੇ, ਭਾਵੇਂ ਗਦਰ ਲਹਿਰ ਦੀ ਗੱਲ ਹੋਵੇ। ਤੇ ਹੁਣ ਇਹ ਸੱਚੀਓ ਹੀ ਇਸ ਸੰਘਰਸ਼ ਦੇ ਵਿੱਚ ਜਿਹੜੀਆਂ ਔਰਤਾਂ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠਾਂ ਦੇ ਵਿੱਚ ਆ ਰਹੀਆਂ। ਬਹੁਤ ਬਿਆਨ ਦਵਾਏ ਗਏ ਕਿ ਜਿਹੜੀਆਂ ਇਹ ਭੈਣਾਂ ਇਹਨਾਂ ਨੂੰ ਮਗਰ ਲਾ ਕੇ ਲਿਆਉਂਦੇ, ਇਹਨਾਂ ਨੂੰ ਕਾਨੂੰਨਾਂ ਬਾਰੇ ਪਤਾ ਹੀ ਨਹੀਂ। ਤੁਹਾਨੂੰ ਇਹ ਕਾਨੂੰਨਾਂ ਦੇ ਵਿੱਚ ਕੀ ਮਾੜਾ ਲੱਗਦਾ, ਕੀ ਗਲਤ ਲੱਗਦਾ? ਜਿਹੜੇ ਬਿਆਨ ਹੈ ਉਹ ਤਾਂ ਦੂਸ਼ਣਬਾਜ਼ੀ ਉਹ ਤਾਂ ਸਾਰੀਆਂ ਸਰਕਾਰਾਂ ਦਾ ਹੀ ਹੁੰਦਾ ਹੈ, ਪਰ ਖਾਸ ਕਰ ਭਾਜਪਾ ਦੀ ਕੇਂਦਰ ਸਰਕਾਰ ਇਹ ਤਾਂ ਇਸ ਕੰਮ ਤੇ ਨੰਬਰ 1 ਹੈ। ਐ ਦੂਸ਼ਣਬਾਜ਼ੀ ਲਾਉਣ ਤੇ ਸਾਡੀਆਂ, ਮੈਨੂੰ ਤਾਂ ਆਪ ਹੈਰਾਨੀ ਹੁੰਦੀ ਹੈ ਜਦੋਂ ਕੋਈ ਤੁਹਾਡੇ ਵਰਗੇ ਪੱਤਰਕਾਰ ਬਾਈਟ ਲੈਂਦੇ ਉਹਨਾਂ ਦੀ। ਸਾਡੀਆਂ 70 ਸਾਲ ਦੀਆਂ, 80 ਸਾਲ ਦੀਆਂ ਮਾਵਾਂ ਜਿਹੜੀਆਂ ਅਡਾਨੀ ਬਾਨੀ ਦੀ, ਟਾਟੇ ਬਿਰਲਿਆਂ ਦੀ ਗੱਲ ਕਰਦੀਆਂ, ਜਿਨ੍ਹਾਂ ਨੂੰ ਇਹ ਪਤਾ, ਤੇ ਇਹ ਖਾਸ ਕਰ ਇਸ ਸੰਘਰਸ਼ ਨੇ ਚਿੱਟੇ ਦੇਣ ਵਾਂਗ ਸਾਰਾ ਸਾਫ਼ ਕਰਤਾ ਕਿ ਅਡਾਨੀ ਬਾਨੀ ਕੌਣ ਹੈ। ਅਸਲ ਦੇ ਵਿੱਚ ਮੋਦੀ ਦੇ ਪਿੱਛੇ ਉਹ ਖੜੇ ਹੈ, ਤਾਂ ਹੀ ਉਹ ਜਿਹੜੇ ਕਾਨੂੰਨ ਆ ਉਹ ਵਾਪਸ ਨਹੀਂ ਲੈ ਰਿਹਾ ਹੈਗਾ।
ਜੇ ਦੇਖਿਆ ਜਾਵੇ ਅਡਾਨੀ ਬਾਨੀ ਕਹਿੰਦਾ ਵੀ ਨਾ ਤਾਂ ਮੈਂ ਖੇਤੀ ਕਰਦਾ ਨਾ ਮੈਂ ਜ਼ਮੀਨ ਖਰੀਦਦਾ, ਮੈਂ ਤਾਂ ਭੰਡਾਰੀ ਕਰਨ ਵਾਸਤੇ ਜਗ੍ਹਾ ਲੈ ਕੇ ਭੰਡਾਰੀ ਕਰਨ ਨੂੰ ਥਾਂ ਦਿੰਦਾ। ਤੁਹਾਨੂੰ ਕਿਉਂ ਖਤਰਾ ਉਹਦੇ ਤੋਂ? ਤੁਹਾਨੂੰ ਕਿਵੇਂ ਲੱਗਦਾ ਵੀ ਉਹ ਜ਼ਮੀਨਾਂ ਹੜਪੂਗਾ? ਇਹ ਤਾਂ ਠੀਕ ਹੈ, ਖੇਤੀ ਉਹਨੂੰ ਕਰਨ ਦੀ ਲੋੜ ਵੀ ਕੀ ਹੈ। ਖੇਤੀ ਤਾਂ ਉਹ ਕਰਦੇ ਆ ਜਿਨ੍ਹਾਂ ਕੋਲੇ ਥੋੜੀ ਥੋੜੀ ਜ਼ਮੀਨ ਹੈ ਜਾਂ ਮਤਲਬ ਜਿਨ੍ਹਾਂ ਦੇ ਰੋਜੀ ਰੋਟੀ ਉਸੇ ਖੇਤੀ ਤੇ ਖੜੀ ਹੈ, ਉਹਨੂੰ ਖੇਤੀ ਕਰਨ ਦੀ ਕੀ ਲੋੜ ਹੈ। ਉਹਦਾ ਸਾਰਾ ਉੱਪਰੋਂ ਹੀ ਸਾਰਾ ਕੁਝ ਖਿੱਚਦੇ ਆ। ਭਾਵੇਂ ਉਹ ਆਪਦੀਆਂ ਵੱਡੀਆਂ ਕੰਪਨੀਆਂ ਬਣਾ ਕੇ ਹਵਾਈ ਅੱਡੇ ਖਰੀਦਣੇ ਆ, ਜਿਹਨੇ ਰੇਲਵੇ ਲਾਈਨਾਂ ਖਰੀਦਣੀਆਂ, ਰੇਲ ਗੱਡੀਆਂ ਖਰੀਦਣੀਆਂ, BSN ਮਹਿਕਮਾ ਖਰੀਦਣਾ, ਤਾਂ ਉਹ ਨਾਲ ਆਹ ਭੰਡਾਰ ਕਰਨ ਵਾਲਾ ਕੰਮ ਵੀ ਠੀਕ ਹੈਗਾ। ਉਹਨੂੰ ਖੇਤੀ ਕਰਨ ਦੀ ਕੀ ਲੋੜ ਹੈ। ਉਹਦਾ ਐਡੀਆਂ ਕੰਪਨੀਆਂ ਤੇ ਕੁੱਲ ਚੀਜ਼ ਤੇ ਕਬਜ਼ਾ, ਉਹਦਾ ਕੁੱਲ ਅਦਾਰੇ ਤੇ ਕਬਜ਼ਾ ਹੈਗਾ, ਤੇ ਉਹਨੂੰ ਖੇਤੀ ਕਰਨ ਦੀ ਕੀ ਲੋੜ ਹੈ। ਜੇ ਦੇਖਿਆ ਜਾਵੇ ਭੈਣੇ ਦਿੱਲੀ ਵੀ ਤੁਸੀਂ ਗਏ ਸੀਗੇ? ਹਾਂ, ਦਿੱਲੀ ਅਸੀਂ ਬਹੁਤ ਸਮਾਂ ਰਹੇ ਹਾਂ। ਹੁਣ ਕਿਉਂਕਿ ਪੰਜਾਬ ਦੇ ਵਿੱਚ ਵੀ ਜਿਹੜੇ ਪ੍ਰੋਗਰਾਮ ਹੈ ਉਹਨਾਂ ਦਾ ਨਿੱਤ ਸੱਦਾ ਆ ਰਿਹਾ ਹੈ, ਅਸੀਂ ਉਹ ਇੱਥੇ ਲਾਗੂ ਕਰਨੇ ਹੁੰਦੇ ਆ। ਅਸੀਂ ਦਿੱਲੀ ਦੇ ਵਿੱਚ ਇੱਕ ਵਾਰ ਤਾਂ ਲਗਾਤਾਰ 20 ਦਿਨ, ਫਿਰ 2-3 ਦਿਨ ਪਿੰਡ ਲਾ ਕੇ ਫਿਰ ਜਾਣੀ 5 ਵਾਰ ਅਸੀਂ ਦਿੱਲੀ ਜਾ ਆਏ ਹਾਂ। ਤੇ ਹੁਣ ਲਗਾਤਾਰ ਇੱਥੇ ਵੀ ਆਹ ਜਿਹੜੇ ਪ੍ਰੋਗਰਾਮ ਉਹਨਾਂ ਨੂੰ ਸਫਲ ਕਰਨ ਦੇ ਵਿੱਚ ਲੱਗੇ ਹੋਏ ਆ, ਜਿਵੇਂ ਅੱਜ ਦਾ ਵੀ ਆਹ ਪ੍ਰੋਗਰਾਮ ਹੈ। ਇਸ ਕਰਕੇ ਅਸੀਂ ਲਗਾਤਾਰ ਕਿਤੇ ਦਿੱਲੀ ਕਿਤੇ ਇੱਥੇ ਲੱਗੇ। ਜਿਵੇਂ ਪਹਿਲਾਂ ਲੋਕੀ ਆਪਣੇ ਪੈਸੇ ਲੈ ਕੇ ਕੋਈ ਲਾਲਚਾ ਨਸ਼ਿਆਂ ਕਰਕੇ ਵੋਟਾਂ ਪਾ ਦਿੰਦੇ ਸੀ, ਤੁਹਾਨੂੰ ਲੱਗਦਾ ਨਹੀਂ ਵੀ ਆਹ ਜਿਹੜਾ ਅੰਦੋਲਨ ਹੈ ਇਹਨੇ ਬਹੁਤ ਲੋਕਾਂ ਨੂੰ ਜਾਗਰੂਕ ਕਰਤਾ? ਐਰਕੀ ਵਾਰ ਸਰਕਾਰਾਂ ਦੀਆਂ ਪਲਟਣ ਗੱਲ ਹੋਣਗੇ? ਹਾਂ, ਇਹ ਜਿਹੜਾ ਖਾਸ ਕਰ ਤਾਂ ਅਸੀਂ ਜਥੇਬੰਦੀਆਂ ਵਾਲੇ ਲੰਬੇ ਸਮੇਂ ਤੋਂ ਲੱਗੇ ਹੋਏ ਆ ਇਹ ਕਹਿਣ ਗੱਲਾਂ ਉਹਨਾਂ ਨੂੰ ਵੀ ਤੁਸੀਂ ਵੋਟ ਪਾਰਟੀਆਂ ਤੋਂ ਝਾਕ ਛੱਡ ਕੇ ਆਪਣੇ ਏਕੇ ਦੇ ਵਿੱਚ ਵਿਸ਼ਵਾਸ ਰੱਖੋ, ਆਪਦਾ ਏਕਾ ਮਜ਼ਬੂਤ ਕਰੋ। ਪਰ ਖਾਸ ਕਰ ਜਿਹੜਾ ਆਹ ਸੰਘਰਸ਼ ਹੈ ਇਹਨੇ ਤਾਂ ਬਹੁਤ ਲੋਕਾਂ ਨੂੰ ਸੋਝੀ ਦਿੱਤੀ ਹੈ, ਗਿਆਨ ਦਿੱਤਾ ਹੈ। ਤੇ ਉਧਰਲੇ ਪਾਸੇ ਜਿਹੜੀਆਂ ਪਾਰਟੀਆਂ ਉਹ ਉਖੜੀਆਂ ਫਿਰਦੀਆਂ, ਉਹਨਾਂ ਦੇ ਪੈਰ ਉਖੜੇ ਫਿਰਦੇ ਆ। ਤਾਂ ਉਹ ਭਾਵੇਂ ਹੁਣ ਕਹਿੰਦੇ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਆ, ਕਾਨੂੰਨ ਮਾੜੇ ਆ, ਪੰਜਾਬ ਵਾਲੇ ਆ ਜਾਂ ਕੋਈ ਹੋਰ ਹੈ, ਅਕਾਲੀ ਆ, ਕਾਂਗਰਸੀ ਆ, ਕੋਈ ਆਪ ਵਾਲੇ ਆ, ਪਰ ਉਹ ਕਹਿਣ ਦੀਆਂ ਗੱਲਾਂ ਅਸਲ ਦੇ ਵਿੱਚ ਉਹਨਾਂ ਨੂੰ 2022 ਦਿੰਦੀ ਹੈ। ਉਧਰ ਦਾ ਹੋਰ ਬਥੇਰੀ ਗੰਢ ਧੁੱਪ, ਕੋਈ ਨਵਜੋਤ ਸਿੱਧੂ ਨੂੰ ਮਨਾਉਣ ਲੱਗਿਆ ਹੋਇਆ, ਉਧਰ ਕਾਲੀਆਂ ਨੂੰ ਫਿਕਰ ਪਿਆ ਵਾ, ਬਾਦਲਾਂ ਨੂੰ ਵੀ ਢੀਂਡਸੇ ਵਰਗੇ ਰੁੱਸ ਗਏ, ਉਹਨਾਂ ਨੂੰ ਕਿਵੇਂ ਭਾਜਪਾ ਵਾਲਿਆਂ ਦੇ ਇੱਥੇ ਉਖੜੇ ਪਏ ਆ ਪੰਜਾਬ 'ਚ ਪੈਰ ਉਹਨਾਂ ਦੇ, ਉਹਨਾਂ ਨੂੰ ਕਿਵੇਂ ਉਹ ਵਿੱਚੋਂ ਕੋਈ ਪੱਟ ਲਗੇ। ਅਸਲ ਦੇ ਵਿੱਚ ਉਹ ਤਾਂ ਇਹ ਲੱਗੇ ਹੋਏ ਆ। ਤੇ ਉਹ ਲੋਕਾਂ ਨੂੰ ਇਸ ਸੰਘਰਸ਼ ਨੇ ਬਹੁਤ ਵੱਡਾ ਚਾਨਣ ਦਿੱਤਾ ਹੈ ਕਿ ਤੇ ਉਹਨਾਂ ਦੇ ਜਿਹੜੇ ਵਿਸ਼ਵਾਸ ਹੈ ਉਹ ਸਿਆਸੀ ਪਾਰਟੀਆਂ 'ਚੋਂ ਉੱਡੇ ਆ। ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਫਲੈਕਸਾਂ ਲੱਗ ਰਹੀਆਂ ਵੀ ਅਸੀਂ ਤਾਂ ਵੋਟ ਪਾਰਟੀਆਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ, ਸੋਚ ਸਮਝ ਕੇ ਪਿੰਡਾਂ ਦੇ ਵਿੱਚ ਪੈਰ ਧਰਨਾ। ਮੇਰੇ ਕੈਪਟਨ ਕਹਿੰਦਾ 85% ਵਾਅਦੇ ਪੂਰੇ ਕਰਤੇ ਆ, ਲੋਕ ਕਹਿੰਦਾ ਬਹੁਤ ਖੁਸ਼ ਆ। ਤੁਸੀਂ ਅੱਜ ਇਹ ਵੀ ਦੱਸੋ ਵੀ 85% ਵਾਅਦੇ 4 ਸਾਲਾਂ 'ਚ ਪੂਰੇ ਹੋ ਗਏ ਆ? ਕੋਈ 85% ਵਾਅਦੇ ਨਹੀਂ ਪੂਰੇ ਕੀਤੇ। ਜਿਹੜੀ ਪੈਨਸ਼ਨ ਕੀਤੀ ਹੈ 1500, ਇਹ ਇਦੋਂ 4 ਸਾਲ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ 2500 ਰੁਪਇਆ ਕਰਾਂਗੇ, ਤੇ ਹੁਣ 1500 ਕੀਤੀ ਹੈ। ਤੇ ਨਾਲ ਦੀ ਜਿਹੜਾ ਇੱਕ ਔਰਤਾਂ ਨੂੰ ਬੱਸਾਂ ਦੇ ਵਿੱਚ ਫ੍ਰੀ ਸਫ਼ਰ ਕਰਨ ਦੀ ਸਹੂਲਤ ਦਿੱਤੀ ਹੈ। ਇਹ ਸਾਰਾ ਜਿਹੜਾ ਵੋਟਾਂ ਦਾ ਢਕਵੰਜ ਹੈ ਵੀ ਹੁਣ ਨੇੜੇ ਆਈਆਂ ਪਈਆਂ, 2022 ਆਇਆ ਪਿਆ। ਭਲਾ ਪੰਜਾਬ ਰੋਡ, ਪੈਪਸੂ ਰੋਡਵੇਜ਼ ਦੀਆਂ ਕਿਹੜੀਆਂ ਬੱਸਾਂ? ਤੁਹਾਡੇ ਪਿੰਡ ਆਉਂਦੀ ਹੈ ਬੱਸ ਭੈਣੇ? ਸਾਡੇ ਪਿੰਡ ਮੈਨੂੰ ਇੱਥੇ 30 ਸਾਲ ਹੋ ਗਏ ਕੁੱਸੇ ਚਾਈ ਨੂੰ ਕੋਈ ਬੱਸ ਨਹੀਂ ਆਉਂਦੀ। ਇੱਥੇ ਕੋਈ ਬੱਸ ਹੀ ਨਹੀਂ ਆਉਂਦੀ, ਨਾ ਕੋਈ ਪ੍ਰਾਈਵੇਟ ਨਾ ਕੋਈ ਸਰਕਾਰੀ। ਹਾਲਾਂਕਿ ਪਹਿਲਾਂ ਇੱਕ ਰੋਡਵੇਜ਼ ਦੀ ਬੱਸ 2 ਚੱਕਰ ਲਾਉਂਦੀ ਹੁੰਦੀ ਸੀ, ਇਦੋਂ ਜਾਣੀ 15-20 ਸਾਲ ਪਹਿਲਾਂ, ਫਿਰ ਉਹ ਵੀ ਬੰਦ ਹੋ ਗਈ। ਤੇ ਇਹ ਤਾਂ ਇੱਕ ਲੋਲੀਪੌਪ ਹੈ ਇਹਨਾਂ ਨੂੰ ਵੋਟਾਂ ਦੇ ਵਿੱਚ, ਵੋਟਾਂ ਲੈਣ ਵਾਸਤੇ ਬੱਸਾਂ ਹੀ ਹੈ ਨਹੀਂ। ਸਾਡੀਆਂ ਮਾਵਾਂ ਭੈਣਾਂ ਨੂੰ ਸਮਾਂ ਉਦੋਂ ਖੱਜਲ ਖੁਆਰੀ ਵਾਲੀ ਗੱਲ ਬਣ ਗਈ, ਜਿਨ੍ਹਾਂ ਨੂੰ ਵਿਚਾਰੀਆਂ ਨੂੰ ਬੜਾ ਨਹੀਂ ਹਿਸਾਬ ਆਉਂਦਾ, ਉਹ ਅੱਡਿਆਂ ਤੇ ਝਾਕੀ ਜਾਂਦੀਆਂ ਖੜੀਆਂ। ਅੱਗੇ ਜਿਵੇਂ ਉਦੋਂ ਕਾਲੀ ਭਾਜਪਾ ਸਰਕਾਰ ਨੇ ਵੀ ਕਰਿਆ ਸੀ, ਉਹ ਵਿਚਾਰੀਆਂ ਫਿਰ ਐਂ ਪੁੱਛਣ ਲੱਗ ਜਾਂਦੀਆਂ ਸੀ ਵੀ ਬਾਦਲ ਦੀ ਬੱਸ ਆ ਭਾਈ, ਤੇ ਬਾਦਲ ਦੀ ਬੱਸ ਤੇ ਚੜ੍ਹਨਾ। ਤੇ ਉਹ ਇਹ ਹੈ, ਇਹ ਇਕੱਲਾ ਵੋਟਾਂ ਦਾ ਢਕਵੰਜ ਹੈ। ਤੇ ਇਹੀ ਪੈਨਸ਼ਨ ਦਾ 4 ਸਾਲ ਕਹਿ ਕੇ 2500 ਤੇ ਅੱਜ ਹੁਣ 1500 ਕੀਤੀ ਹੈ। ਤੇ ਉਹ 1500 ਤਾਂ ਸਾਡੇ 2 ਦਿਨਾਂ 'ਚ ਲੈ ਜਾਂਦੇ ਆ। ਜਿਹੜਾ ਤੇਲ ਪੈਟਰੋਲ ਤੇ ਟੈਕਸ ਲਾਇਆ ਹੋਇਆ, ਗੈਸ, ਉਹ ਤਾਂ 2 ਦਿਨਾਂ 'ਚ ਲੈ ਜਾਂਦੇ ਕੱਢ ਕੇ ਸਾਡੇ। ਇਹ ਤਾਂ ਸਾਰਾ ਵੋਟਾਂ ਦਾ ਢਕਵੰਜ ਹੈ। ਠੀਕ ਹੈ। ਸੋ ਹੋਰ ਵੀ ਨਾਲ ਭੈਣੇ ਕੀ ਨਾ ਜਸਵੀਰ ਕੌਰ। ਜਿਹੜੇ ਕਾਨੂੰਨ ਹੈ ਇਹਨਾਂ ਨੂੰ ਕਿਵੇਂ ਦੇਖਦੇ ਹੋ? ਮੋਦੀ ਨੂੰ ਕਿਵੇਂ ਦੇਖਦੇ ਹੋ? ਮੰਨ ਨਹੀਂ ਰਿਹਾ, ਬਹੁਤ ਕਿਸਾਨ ਦੁਖੀ ਆ। ਪਹਿਲਾਂ ਠੰਡ 'ਚ ਬੈਠੇ ਰਹੇ, ਹੁਣ ਗਰਮੀ 'ਚ। ਕਿਵੇਂ ਦੇਖਦੇ ਹੋ ਸਰ? ਅਸੀਂ ਜਦੋਂ ਤਿੰਨੇ ਕਾਨੂੰਨ ਵਾਪਸ ਨਹੀਂ ਲੈਂਦਾ ਅਸੀਂ ਉੱਠਾਂਗੇ ਨਾ। ਅਸੀਂ ਸਿਆਲ ਵੀ ਕੱਢਿਆ ਤੇ 2 ਮਹੀਨੇ ਲਾ ਕੇ ਵੀ ਆਏ, ਆ ਜਾਂਦੇ ਉੱਠ ਜਾਂਦੇ। ਅਸੀਂ ਜਿੰਨਾ ਚਿਰ ਵਾਪਸ ਨਹੀਂ ਲੈਂਦਾ ਅਸੀਂ ਉੱਠਣਾ ਨਹੀਂ। ਅਸੀਂ ਪਿੰਡ ਵੀ ਰਹੇ ਆ ਧਰਨੇ ਤੇ, ਉੱਥੇ ਵੀ ਰਹੇ ਆ। ਅਸੀਂ ਠੰਡ ਵੀ ਚੱਲੀ, ਅਸੀਂ ਸੜਕਾਂ ਤੇ ਵੀ ਬੈਠੇ।
ਅਸੀਂ ਉੱਥੋਂ ਨਹੀਂ ਹਿੱਲਣਾ, ਤਿੰਨੇ ਕਾਨੂੰਨ ਵਾਪਸ ਨਹੀਂ ਲੈਂਦੇ। ਹੁਣ ਵੀ ਪਿੰਡੋਂ ਜਾਂਦੇ ਆ ਲੋਕ ਖੁਸ਼ੀਨਾਮੇ, ਕਹਿੰਦੇ ਹੁਣ ਗਿਣਤੀ ਘਟ ਗਈ, ਲੋਕ ਘਟ ਗਏ ਜਾਣੋ ਜਾਂਦੇ ਆ। ਅਸੀਂ ਫਿਰ ਇੱਥੇ ਪਿੰਡਾਂ 'ਚ ਵੀ ਜਿੱਥੇ ਹੁੰਦਾ ਮੁਜ਼ਾਹਰਾ ਕਰਨਾ ਆ ਉੱਥੇ ਵੀ ਜਾਂਦੇ ਆ। ਅਸੀਂ ਕੋਈ ਘਾਟਾ ਨਹੀਂ, ਉੱਥੇ ਜਿੰਨੇ ਟਰੈਕਟਰ ਗਏ ਉਨੇ ਗਏ, ਉਹਨਾਂ ਹੀ ਇਕੱਠ ਅਸੀਂ ਵੀ ਲਾ ਕੇ ਆਏ ਹਾਂ। ਅਸੀਂ ਵਾਰੀ ਨਾ ਜਾਂਦੇ, ਆ ਜਾਂਦੇ ਆ, ਉੱਠ ਜਾਂਦੇ ਹਾਂ। ਇਹ ਹੁਣ 70 ਸਾਲ ਹੋ ਗਏ ਸਾਨੂੰ ਵੋਟਾਂ ਪਾਉਂਦੇ ਨੂੰ। ਹੁਣ ਉਹਨਾਂ ਦੇ ਵੋਟਾਂ ਦਾ ਮਸਲਾ, ਹੁਣ ਅਸੀਂ ਦੋ ਹੱਥ ਕਰਾਂਗੇ। ਅਸੀਂ ਹੁਣ ਪਿੰਡਾਂ 'ਚ ਵੜਨਾ ਨਹੀਂ ਦਵਾਂਗੇ। ਅਸੀਂ ਬੁੜੀਆਂ ਕਾਲੀਆਂ ਝੰਡੀਆਂ ਵਿਖਾਵਾਂ, ਕੋਈ ਵੀ ਆਵੇ ਭਲਾ ਸਾਡੇ ਪਿੰਡ ਦੇ ਹੋਣ ਵਿੱਚ, ਅਸੀਂ ਦੋ ਹੱਥ ਕਰਾਂਗੇ। ਸਾਨੂੰ ਕਿਸੇ ਨੂੰ ਵੀ ਨਹੀਂ ਵੜਨ ਦੇਣਾ। ਅਸੀਂ ਕਿਸੇ ਨੂੰ ਨਹੀਂ ਵੜਨ ਦੇਣਾ, ਕੋਈ ਆਵੇ। ਨਹੀਂ, ਜਿਵੇਂ ਆਮ ਆਦਮੀ ਪਾਰਟੀ ਆ, ਕਾਂਗਰਸ ਆ, ਅਕਾਲੀ ਦਲ ਆ, ਕੋਈ ਵੀ ਨਹੀਂ, ਕਿਸੇ ਨੂੰ ਨਹੀਂ ਵੜਨਾ। ਅਸੀਂ ਦੋ ਹੱਥ ਕਰਾਂਗੇ। ਬਹੁਤ ਚਿਰ ਹੋ ਗਿਆ, 70 ਸਾਲ ਹੋ ਗਏ ਸਾਨੂੰ ਵੋਟਾਂ ਪਾਉਂਦੇ। ਹਾਂ, ਇਹਨੇ ਕੇਜਰੀਵਾਲ ਨੇ ਰੈਲੀ ਕੀਤੀ ਸੀ, ਇਹ ਤਾਂ ਕਹਿੰਦਾ ਮੈਂ ਕਿਸਾਨਾਂ ਦੀ ਬਹੁਤ ਮਦਦ ਕਰ ਰਿਹਾ। ਨਹੀਂ, ਕੋਈ ਕੀਤੀ ਨਹੀਂ ਮਦਦ। ਉੱਥੇ ਕੀਤੀ ਹੋਊ ਪਾਣੀ ਦੀ, ਉਹ ਇੱਕ ਪਾਣੀ ਦੀ ਕਰਤੀ, ਉਹੀ ਸੁਣਾਈ ਜਾਂਦਾ ਮੈਂ ਪਾਣੀ ਦਾ ਐਂ ਕੀਤਾ, ਮੈਂ ਐਂ ਕੀਤਾ। ਉਹ ਜੇ ਮਗਰ ਜੇ ਕਰਨ ਵਾਲੇ ਹੁੰਦੇ ਕਿਸਾਨਾਂ ਦੇ, ਉੱਥੇ ਇੰਨਾ ਮਹੀਨੇ ਨਹੀਂ ਬਹਿੰਦੇ ਸੀ। ਜੇ ਮੂਹਰੇ ਵੋਟਾਂ ਨਹੀਂ ਬਣਾ ਕੇ ਕੁਰਸੀਆਂ ਤੇ ਬੈਠੇ ਆ, ਮੁੜ ਕੇ ਭੁੱਲ ਜਾਂਦੇ ਆ। ਅਸੀਂ ਹੁਣ ਦੋ ਹੱਥ ਕਰਾਂਗੇ, ਅਸੀਂ ਪਿੰਡ ਨਹੀਂ। ਕੀ ਨਾ ਭੈਣੇ ਆਪਣਾ? ਮੇਰਾ ਨਾਮ ਹਰਪਾਲ ਕੌਰ, ਪਿੰਡ ਗਾਜੀਆਣੇ ਤੋਂ। ਜੇ ਦੇਖਿਆ ਜਾਵੇ ਇਹ ਜਿਹੜੇ ਆ ਧਰਨੇ ਲਾਉਣੇ ਪੈ ਰਹੇ ਆ, ਸਰਕਾਰ ਮੰਨ ਨਹੀਂ ਰਹੀ, ਸਰਕਾਰ ਨੂੰ ਕਿਵੇਂ ਦੇਖਦੇ ਹੋ? ਅਸੀਂ ਸਰਕਾਰ ਨੂੰ, ਜਿਵੇਂ ਕਿ ਸਾਡੇ ਸਾਰੇ ਪੰਜਾਬ ਦੇ ਵਿੱਚ ਥਾਂ ਤੇ ਅੱਜ ਸਾਰਿਆਂ ਨੂੰ ਪਤਾ ਹੈ ਵੀ ਥਾਂ ਤੇ ਧਰਨੇ ਦਿੱਤੇ ਜਾ ਰਹੇ ਨੇ, ਕਿਉਂਕਿ ਸਰਕਾਰ ਮੰਨ ਨਹੀਂ ਰਹੀ। ਜਿੰਨਾ ਚਿਰ ਸਰਕਾਰ ਮੰਨੂਗੀ ਨਹੀਂ, ਅਸੀਂ ਇਸੇ ਤਰ੍ਹਾਂ ਧਰਨੇ ਜਾਰੀ ਰੱਖਾਂਗੇ। ਜਿਹੜੀ ਪੰਜਾਬ ਸਰਕਾਰ ਆ, ਇਹ ਕਹਿੰਦੀ ਮੈਂ ਬਹੁਤ ਸਹੂਲਤਾਂ ਦੇ ਦਿੱਤੀਆਂ, ਨੌਕਰੀ ਮਿਲ ਗਈ ਆ ਤੁਹਾਡੇ ਕੇ ਬੱਚੇ ਨੂੰ, ਕਰਜ਼ਾ ਮਾਫ ਹੋ ਗਿਆ ਸਾਰਾ। ਦੇਖੋ ਜੀ, ਜਿਹੜੀ ਪੰਜਾਬ ਸਰਕਾਰ ਦੀ ਗੱਲ ਕਰਦੇ ਆ, ਪੰਜਾਬ ਸਰਕਾਰ ਨੂੰ 4 ਸਾਲ ਹੋ ਗਿਆ। ਜਿੱਦੇ ਪੰਜਾਬ ਸਰਕਾਰ ਬਣਨ ਲੱਗਿਆ ਸੀ ਕੈਪਟਨ, ਉਹਦੇ ਉਹਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਚੱਕੀ ਸੀ ਕਿ ਘਰ ਘਰ ਨੌਕਰੀ ਦਊਂ, ਇੱਕ ਸਮਾਰਟਫੋਨ ਦਊਂ ਤਾਂ ਸਾਰਿਆਂ ਦੇ ਕਰਜ਼ੇ ਮਾਫ ਕਰੂੰ। ਕਿਉਂਕਿ ਸਮਾਰਟਫੋਨ ਨੌਕਰੀ ਕਿਧਰੇ ਰਹਿ ਗਈ। ਉਹਨਾਂ ਨੇ ਤਾਂ ਸਾਨੂੰ ਇਹੋ ਜਿਹਾ ਹਾਲ ਕਰਤਾ ਵੀ ਜਿਹੜਾ ਕੋਈ ਦੱਸਣਯੋਗ ਰਿਹਾ ਨਹੀਂ। ਜਿਹੜੇ 3 ਕਾਨੂੰਨ ਨੇ, ਇਹ ਕੈਪਟਨ ਸਰਕਾਰ, ਬਾਦਲ ਸਰਕਾਰ, ਇਹਨਾਂ ਦਾ ਰਲ ਮਿਲ ਕੇ ਸਾਰਾ ਕੁਝ ਕੀਤਾ ਹੋਇਆ। ਅੱਜ ਜੋ ਕਹਿੰਦੇ ਨੇ ਵੀ ਅਸੀਂ ਇਹ ਤੁਹਾਡੇ ਨਾਲ ਆ, ਸਾਡੇ ਨਾਲ ਅਸੀਂ ਕੋਈ ਨਹੀਂ ਹੈਗਾ। ਜੋ ਵੀ ਅਸੀਂ ਆਪਦੇ ਕਾਲੇ ਕਾਨੂੰਨ ਇਹ ਰੱਦ ਕਰਾਉਣੇ ਆ, 3 ਬਿੱਲ ਰੱਦ ਕਰਾਉਣੇ ਆ, ਅਸੀਂ ਆਪਦੇ ਗੋਡੇ ਦੇ ਜ਼ੋਰ ਤੇ ਰੱਦ ਕਰਾਂਗੇ। ਪਿੰਡਾਂ ਦੇ ਵਿੱਚ ਜਦੋਂ ਜਾ ਕੇ ਤੁਸੀਂ ਹੋਰ ਔਰਤਾਂ ਨੂੰ, ਭੈਣਾਂ ਨੂੰ ਤਿਆਰ ਕਰਦੀਆਂ, ਲੋਕੀ ਖੁਸ਼ ਹੋ ਕੇ ਜਾਂਦੇ ਆ। ਬਹੁਤ ਖੁਸ਼ ਹੋ ਕੇ ਆ। ਸਾਡੇ ਪਿੰਡ ਦੀਆਂ ਬੀਬੀਆਂ, ਪਿੰਡ ਗਾਜੀਆਣੇ ਦੇ 80 ਤੋਂ 90 ਬੀਬੀਆਂ ਅਸੀਂ ਹਰ ਇੱਕ ਧਰਨੇ ਤੇ ਜਾਂਦੀਆਂ ਏ, ਕਿਉਂਕਿ ਮੇਰੀ ਜ਼ਿੰਮੇਵਾਰੀ ਬਣੀ ਹੋਈ ਆ। ਮੈਂ ਜਿਹੜੀ ਵੀ ਬੀਬੀ ਨੂੰ ਪਲੇਅਰ ਨਾ ਕਰਦੀ ਆ, ਮੈਨੂੰ ਕੋਈ ਬੀਬੀ ਵੀ ਜਵਾਬ ਨਹੀਂ ਦਿੰਦੀ। ਹਾਂਜੀ, ਸੋ ਇਹ ਭੈਣਾਂ ਨੇ ਕੁੱਸਾ ਪਿੰਡ ਆ, ਇੱਥੋਂ ਥੋੜੀ ਦੂਰ ਤੇ। ਵੱਡੀ ਗੱਲ ਆ ਕਿ ਇਹ ਕਹਿੰਦੇ ਸਾਡੇ ਪਿੰਡ ਕੋਈ ਬੱਸ ਹੀ ਨਹੀਂ ਜਾਂਦੀ, ਨਾ ਸਰਕਾਰੀ ਨਾ ਪ੍ਰਾਈਵੇਟ। ਕੈਪਟਨ ਸਾਹਿਬ ਤੁਸੀਂ ਕਹਿੰਦੇ ਫ੍ਰੀ ਸਫ਼ਰ ਕਰਤਾ, ਬੱਸ ਜਾਂਦੀ ਨਹੀਂ ਪਿੰਡ, ਸਫ਼ਰ ਕਿਵੇਂ ਫ੍ਰੀ ਹੋਊਗਾ? ਸਮਝ ਨਹੀਂ ਆਉਂਦੀ ਲੋਕਾਂ ਨੂੰ। ਇਹ ਕਹਿੰਦੇ ਸਾਡਾ ਪਿੰਡ ਗਾਜੀ ਵਾਲਾ, ਉੱਥੇ ਵੀ ਕੋਈ ਬੱਸ ਨਹੀਂ ਜਾਂਦੀ। ਫਿਰ ਬੱਸ ਤੁਹਾਡੀ ਜਾਂਦੀ ਰੋਡਵੇਜ਼ ਦੀ ਬੱਸ ਤਾਂ ਆਉਂਦੀ ਨਹੀਂ ਕਿਤੇ। ਕੈਪਟਨ ਸਾਹਿਬ ਫ੍ਰੀ ਸਫ਼ਰ ਕਿਵੇਂ ਕੋਈ ਕਰੂਗਾ? ਸੋ ਦੇਖਿਆ ਜਾਵੇ ਲੋਕ ਹੁਣ ਜਾਗਰੂਕ ਹੋ ਗਏ ਆ। ਇਹ ਕਹਿੰਦੇ ਯਾਰ ਕਿ ਅਸੀਂ ਪਿੰਡਾਂ ਦੇ ਵਿੱਚ ਨਹੀਂ ਵੜ ਦੇਣਾ, ਚਾਹੇ ਅਕਾਲੀ ਹੋਣ, ਚਾਹੇ ਕਾਂਗਰਸੀ ਹੋਣ, ਚਾਹੇ ਝਾੜੂ ਵਾਲੇ ਹੋਣ, ਕਿਸੇ ਨੂੰ ਵੀ ਪਾਰਟੀ ਵਾਲੇ ਨੂੰ ਪਿੰਡਾਂ ਦੇ ਵਿੱਚ ਨਹੀਂ ਵੜ ਦੇਣਾ, ਕਿਉਂਕਿ ਇਹਨਾਂ ਦਾ ਸਾਥ ਕਿਸੇ ਨੇ ਨਹੀਂ ਕਦੇ ਸਾਡਾ ਦਿੱਤਾ। ਇਹਨਾਂ ਦੇ ਜਿਹੜੇ ਕਿਸਾਨ ਹੈ ਉਹ ਦਿੱਲੀ ਦੀਆਂ ਸੜਕਾਂ ਤੇ ਰੁਲਦੇ ਆ, ਪੰਜਾਬ ਦੀਆਂ ਸੜਕਾਂ ਤੇ ਰੁਲਦੇ, ਕਿਸੇ ਨੇ ਬਾਤ ਨਹੀਂ ਪੁੱਛੀ। ਸੋ ਅੱਗੇ ਵੀ ਅਪਡੇਟ ਦੇਵਾਂਗੇ, ਬਣੇ ਰਹੋ। ਗਲੋਬਲ ਪੰਜਾਬ ਟੀਵੀ ਲਈ ਚਮਕੌਰ ਸਿੰਘ ਲੋਪੋ, ਮੋਗਾ, ਬੱਧਨੀ ਕਲਾਂ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।